ਵਾਹਿਗੁਰੂ ਸਾਹਿਬ ਜੀਓ। ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ। ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਪਿਛਲ ਰਾਤੀ ਜਾਗਣਾ ਨਾਮ ਦਾ ਨਿਸ਼ਨਾਨ ਦਿੜਾਏ। ਮਿੱਠਾ ਬੋਲਣ ਨਿਵ ਚੱਲਣਾ ਹੱਥੋਂ ਦੇ ਕੇ ਭਲਾ ਮਨਾਏ। ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤਿ ਪਾਏ। ਕਾਲ ਖਾਏ ਸੁਕ੍ਰਿਤ ਕਰੇ ਵੱਡਾ ਹੋਏ ਨਾ ਆਪ ਗਣਾਏ। ਸਾਧ ਸੰਗਤ ਮਿਲ ਗਾਵਦੇ ਰਾਤ ਦਿਹੈ ਨਿਤ ਚਲ ਚਲ ਜਾਏ। ਸ਼ਬਦ ਸੁਰਤ ਪਰਚਾ ਕਰੈ ਸਤਿਗੁਰ ਪਰਚੈ ਮਨ ਪਰਚਾਏ। ਆਸਾ ਆਸਾ ਵਿੱਚ ਨਿਰਾਸ ਵਲਾਏ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਅਤ ਤੰਤਾ ਦੇ ਪਾਤਰ ਹਨ ਜੋ ਕਿ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ। ਚੰਦਰਾਨ ਚੰਦਰ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਸਾਹਿਬਾਂ ਦੇ ਪਾਵਨ ਪਵਿੱਤਰ ਸਥਾਨ ਤੇ ਮਾਣ ਰਹੇ ਹਾਂ। ਵੱਡੇ ਭਾਗਾਂ ਵਾਲੇ ਹਨ ਉਹ ਜੀਵ, ਉਹ ਗੁਰਮੁਖ ਪਿਆਰੇ, ਉਹ ਰੂਹਾਂ ਜੋ ਸਾਧ ਸੰਗਤ ਕਰਕੇ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੁੜ ਕੇ ਆਪਣੇ ਸਵਾਸਾਂ ਨੂੰ ਇਹਨਾਂ ਘੜੀਆਂ ਨੂੰ ਸਫਲਿਆਂ ਕਰ ਰਹੇ ਹਨ। ਕੋਈ ਵੀ ਕਰਮ ਮਨੁੱਖ ਕਰਦਾ ਹੈ ਉਸ ਕੰਮ ਦਾ ਕੋਈ ਟਾਰਗੇਟ ਹੁੰਦਾ, ਕੋਈ ਨਿਸ਼ਾਨਾ ਹੁੰਦਾ, ਕੋਈ ਮਕਸਦ ਹੁੰਦਾ ਹੈ। ਸ਼ਾਇਦ ਹੀ ਐਸਾ ਕੋਈ ਕੰਮ ਹੋਏ ਮਨੁੱਖ ਕਰਮ ਤੇ ਕਰ ਰਿਹਾ ਹੈ ਪਰ ਕੋਈ ਨਿਸ਼ਾਨੇ ਤੋਂ ਬਿਨਾਂ ਕਰਦਾ ਹੋਏ। ਭਾਵੇਂ ਕਿ ਆਪਾਂ ਬੱਚਿਆਂ ਨੂੰ ਪੜ੍ਹਾਉਂਦੇ ਆ, ਬੱਚੇ ਸਕੂਲ ਜਾਂਦੇ ਨੇ, ਉਹਦਾ ਇੱਕ ਕਾਰਨ ਹੈ ਵੀ ਇਹ ਪੜ੍ਹਾਈ ਲਿਖਾਈ ਕਰਕੇ ਇਹ ਸੈੱਟ ਹੋ ਜਾਣ। ਕੋਈ ਦੁਕਾਨਦਾਰੀ ਕਰਦਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹਿੰਦਾ ਹੈ, ਉਸ ਦਾ ਇੱਕ ਕਾਰਨ ਹੈ ਵੀ ਮੇਰਾ ਪਰਿਵਾਰ, ਮੇਰਾ ਘਰ, ਮੇਰਾ ਗੁਜ਼ਾਰਾ ਚੰਗਾ ਚੱਲਦਾ ਰਹੇ, ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ। ਕੋਈ ਵਾਹੀ ਖੇਤੀ ਕਰਦਾ ਹੈ, ਜਿੱਦਣ ਪੈਲੀ ਵਿੱਚ ਬੀਜ ਬੀਜਦਾ ਹੈ ਉਸ ਦਿਨ ਤੋਂ ਅੰਦਰ ਇੱਕ ਇੰਤਜ਼ਾਰ ਹੁੰਦਾ ਹੈ ਵੀ ਫਸਲ ਪੱਕੇਗੀ, ਵੱਢਾਂਗੇ, ਵੇਚਾਂਗੇ, ਆਹ ਕੁਛ ਪ੍ਰਾਪਤ ਹੋਏਗਾ।
ਕਹਿਣ ਤੋਂ ਭਾਵ ਕਿ ਕੋਈ ਵੀ ਕਰਮ ਮਨੁੱਖ ਕਰ ਰਿਹਾ ਹੈ, ਉਹਦਾ ਕੋਈ ਮਕਸਦ ਹੈ, ਉਹਦਾ ਕੋਈ ਨਿਸ਼ਾਨਾ, ਕੋਈ ਟਾਰਗੇਟ ਹੈ। ਠੀਕ ਇਸੇ ਪ੍ਰਕਾਰ ਇਹ ਜਿਹੜੀ ਸਾਨੂੰ ਮਨੁੱਖਾ ਦੇਹੀ ਮਿਲੀ ਹੈ, ਇਹਦਾ ਵੀ ਇੱਕ ਮਕਸਦ ਹੈ। ਦੇ ਤੇਜਣ ਜੀ ਰਾਮ ਪਾਇਆ ਰਾਮ। ਇਹ ਜਿਹੜੀ ਕਾਇਆ ਹੈ ਇੱਕ ਸਾਧਨ ਦੀ ਤਰ੍ਹਾਂ ਹੈ। ਜਿਵੇਂ ਆਪਾਂ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਂਦੇ ਹਾਂ ਤਾਂ ਕਿਸੇ ਸਾਧਨ ਦੀ ਵਰਤੋਂ ਕਰਕੇ ਜਾਂਦੇ ਹਾਂ। ਇਸ ਦੇ ਅੰਦਰ ਜੋ ਜੀਵ ਆਤਮ ਹੈ, ਉਹ ਇਸ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਬਚਨ ਨੇ, ਕਾਇਆ ਇੱਕ ਸਾਧਨ ਹੈ। ਇਸ ਸਾਧਨ ਦੇ ਰਾਹੀਂ ਉਸ ਆਤਮਾ ਨੇ ਪਰਮਾਤਮਾ ਤੱਕ ਪਹੁੰਚਣਾ, ਇਹ ਦਾ ਮਕਸਦ ਹੈ ਜਿਹੜਾ ਮਨੁੱਖ ਨੇ ਵਿਸਾਰ ਦਿੱਤਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੇ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਆ ਕੇ ਨਾਮ ਜਪ ਸਿਮਰਨ ਕਰ, ਉਹਦੀ ਇਬਾਦਤ ਦੇ ਵਿੱਚ ਜੁੜ। ਜਦੋਂ ਸੰਗਤ ਵਿੱਚ ਆ ਕੇ ਨਾਮ ਬਾਣੀ ਨਾਲ ਜੁੜੇਗਾ ਤੇ ਅੰਤਰ ਆਤਮੇ ਦਾ ਟਿਕਾ ਬਣੇਗਾ। ਜਿਹੜੀ ਸੰਗਤ ਹੈ ਬਹੁਤ ਜ਼ਰੂਰੀ ਹੈ। ਘਰ ਬਹਿ ਕੇ ਨਾਮ ਜਪ ਲੈਣਾ, ਬਾਣੀ ਪੜ੍ਹ ਲੈਣੀ ਚੰਗੀ ਗੱਲ ਹੈ, ਪਰ ਗੁਰਸਿੱਖ ਨੇ ਸਾਧ ਸੰਗਤ ਤੇ ਕਰਨੀ ਹੀ ਕਰਨੀ ਹੈ। ਇਸ ਲਈ ਇਹ ਮਨੁੱਖਾ ਦੇਹ ਦਾ ਮਨੋਰਥ ਇਹ ਹੈ ਕਿ ਇਹਨੇ ਪਰਮੇਸ਼ਰ ਪਰਮਾਤਮਾ ਵਿੱਚ ਅਭੇਦ ਹੋਣਾ, ਉਹਦੇ ਤੱਕ ਪਹੁੰਚਣਾ। ਬਾਣੀ ਪੜ੍ਹ ਕੇ, ਸਿਮਰਨ ਕਰਕੇ, ਸੇਵਾ ਕਰਕੇ ਮਹਿਸੂਸ ਕਰਨਾ ਚਾਹੀਦਾ ਹੈ, ਇਹ ਜੋ ਜਪਜੀ ਸਾਹਿਬ ਦਾ ਪਾਠ ਅਸੀਂ ਕੀਤਾ, ਇਹ ਸਤਿਗੁਰਾਂ ਨੇ ਵੀ ਜਪਜੀ ਸਾਹਿਬ ਦਾ ਪਾਠ ਕੀਤਾ। ਇਹ ਬਾਣੀ ਤੇ ਉਹੀ ਹੈ। ਵੱਡੇ ਵੱਡੇ ਜਿਹੜੇ ਜੀਵਨ ਵਾਲੇ ਗੁਰਮੁਖ ਪਿਆਰੇ ਹੋਏ ਨੇ, ਜਪਜੀ ਸਾਹਿਬ ਦਾ ਪਾਠ ਉਹਨਾਂ ਕੀਤਾ। ਮਹਾਰਾਜ ਨੇ ਬਾਣੀ ਉਚਾਰਨ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਬਾਅਦ ਵਿੱਚ ਜਿਹੜੀਆਂ ਪਾਤਸ਼ਾਹੀਆਂ ਉਹ ਇਸ ਬਾਣੀ ਦਾ ਪਾਠ ਕਰਦੀਆਂ ਰਹੀਆਂ। ਅਨੇਕਾਂ ਗੁਰੂ ਕੇ ਪਿਆਰੇ, ਬਾਬਾ ਦੀਪ ਸਿੰਘ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਗੁਰਮੁਖਾਂ ਨੇ ਜਿਨ੍ਹਾਂ ਨੇ ਜੀਵਨ ਨੂੰ ਕਮਾਇਆ। ਬਾਣੀ ਤੇ ਉਹੀ ਹੈ, ਪਰ ਮਹਿਸੂਸ ਕਰਨਾ ਚਾਹੀਦਾ ਹੈ ਭਈ ਸਾਨੂੰ ਜਿਹੜਾ ਅੰਤਰ ਆਤਮੇ ਦਾ ਟਿਕਾ ਹੈ ਨਾ, ਉਹ ਕਿਉਂ ਨਹੀਂ ਮਿਲ ਰਿਹਾ। ਕਿਉਂ? ਕਿਉਂਕਿ ਆਪਾਂ ਮਕਸਦ ਭੁਲਾ ਦਿੱਤਾ, ਆਪਾਂ ਮਨੋਰਥ ਭੁਲਾ ਦਿੱਤਾ। ਇਸ ਲਈ ਸਾਧ ਸੰਗਤ ਜੀਓ, ਨਾਮ ਬਾਣੀ ਨਾਲ ਜੁੜ ਕੇ ਇਹ ਜਿਹੜੇ ਸੁਵਾਸ ਨੇ, ਇਹ ਜੋ ਜਨਮ ਹੈ, ਇਹ ਸਫਲਾ ਹੋਣਾ ਤੇ ਹੁੰਦਾ ਹੈ। ਆਓ ਲੜੀ ਅਧੀਨ ਜੋ ਵਿਚਾਰ ਚੱਲ ਰਹੀ ਹੈ, ਗੁਰੂ ਰਾਮਦਾਸ ਜੀ ਮਹਾਰਾਜ ਜੀ ਚੌਥੇ ਪਾਤਸ਼ਾਹ ਦੀ ਉਪਮਾ ਕਰਦੇ ਹੋਏ ਭੱਟ ਸਾਹਿਬਾਨਾਂ ਦੇ ਜੋ ਸਵਈਏ ਨੇ, ਉਹ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਆਓ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਕਰੀਏ ਰਸਨਾ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਝੁਕਾਓ ਸਾਹਿਬਾਂ ਨੂੰ ਸੀਸ, ਪਾਓ ਫਤਿਹ ਨਾਲ ਸਾਂਝ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟਾਂ ਦੇ ਸਵਈਏ ਜੋ ਲੜੀ ਅਧੀਨ ਵਿਚਾਰ ਚੱਲ ਰਹੀ ਹੈ। ਭੱਟ ਕਿਹਨੂੰ ਕਹਿੰਦੇ ਨੇ? ਭੱਟ ਸੂਰਮੇ ਨੂੰ ਵੀ ਕਹਿੰਦੇ ਨੇ, ਯੋਧੇ ਨੂੰ ਵੀ ਕਹਿੰਦੇ ਨੇ, ਤੇ ਭੱਟ ਜਿਹੜਾ ਉਪਮਾ ਕਰਦਾ ਉਹਨੂੰ ਵੀ ਭੱਟ ਕਹਿੰਦੇ ਨੇ। ਜਿਹੜਾ ਉਸਤਤ ਕਰਦਾ, ਜੋ ਵਡਿਆਈ ਕਰਦਾ ਹੈ, ਉਸ ਨੂੰ ਵੀ ਭੱਟ ਕਹਿੰਦੇ ਨੇ। ਜਿਸ ਵਕਤ ਭੱਟਾਂ ਦੇ ਬਾਰੇ ਆਪਾਂ ਪੜ੍ਹਦੇ ਹਾਂ ਤੇ ਇਹ ਜੋ ਭੱਟ ਸਾਹਿਬਾਨਾਂ ਦਾ ਜ਼ਿਕਰ ਆਉਂਦਾ ਹੈ, ਇਹ ਪੰਜਾਬ ਦੇ ਰਹਿਣ ਵਾਲੇ ਸਾਰਸਵਤ ਬ੍ਰਾਹਮਣ ਸਨ। ਪੰਜਾਬ ਦੇ ਰਹਿਣ ਵਾਲੇ, ਇਹ ਉਸ ਪੰਜਾਬ ਦੀ ਗੱਲ ਹੈ ਜਦੋਂ ਕਰਨਾਲ ਵੀ ਪੰਜਾਬ ਦਾ ਹਿੱਸਾ ਹੁੰਦਾ ਸੀ। ਇਹ ਉਸ ਪੰਜਾਬ ਦੀ ਗੱਲ ਹੈ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਹੈ, ਉਹ ਵੀ ਪੰਜਾਬ ਹੁੰਦਾ ਸੀ। ਇਹ ਉਸ ਪੰਜਾਬ ਦੀ ਗੱਲ ਹੈ ਜਿਹੜਾ ਬੀਕਾਨੇਰ ਤੱਕ ਹੁੰਦਾ ਸੀ, ਇੱਥੋਂ ਲੈ ਕੇ ਦਰਾ ਖੈਬਰ ਤੱਕ। ਪੰਜਾਬ ਇੱਕ ਦੇਸ਼ ਦਾ ਨਾਮ ਹੈ, ਨਾ ਕਿ ਸਟੇਟ ਦਾ ਨਾਮ। ਸਿੱਖਿਆ ਰੋ ਵਿਚਾਰ।
ਭੱਟ ਸਾਹਿਬਾਨਾਂ ਦਾ ਜਦੋਂ ਆਪਾਂ ਜ਼ਿਕਰ ਪੜ੍ਹਦੇ ਹਾਂ ਤਾਂ ਗੁਰਮੁਖ ਪਿਆਰਿਆਂ ਨੇ ਲਿਖਿਆ ਹੈ ਕਿ ਇਹ ਸਾਰਸੁਤ ਤੋਂ ਭਾਵ ਕਿ ਸਰਸਵਤੀ ਦੇ ਕਿਨਾਰੇ ਦੇ ਵਸਨੀਕ, ਜਿਨ੍ਹਾਂ ਨੂੰ ਜਿਵੇਂ ਅਜੋਕੇ ਸਮੇਂ ਦੀ ਗੱਲ ਕਰੀਏ, ਕਰਨਾਲ ਵਾਲੇ ਪਾਸੇ ਜਮਨਾ ਤੋਂ ਉਰਾਂ ਜਿਹੜੇ ਉਹਨਾਂ ਨੂੰ ਸਾਰਸੁਤ ਕਿਹਾ ਜਾਂਦਾ ਸੀ, ਜਿਹੜੇ ਪਰਾਂ ਯੂਪੀ ਵਾਲੇ ਪਾਸੇ ਉਹਨਾਂ ਨੂੰ ਗੋੜ ਕਿਹਾ ਜਾਂਦਾ ਸੀ। ਤਾਂ ਇਹ ਜੋ ਭੱਟ ਸਾਹਿਬਾਨ ਨੇ, ਭੱਟ ਭਿੱਖਾ ਜੀ ਤੀਜੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਏ ਸਨ ਸਭ ਤੋਂ ਪਹਿਲਾਂ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਭੱਟ ਭਿੱਖਾ ਜੀ ਦਾ ਜ਼ਿਕਰ ਤੀਜੇ ਪਾਤਸ਼ਾਹ ਦੇ ਹਜ਼ੂਰੀ ਸਿੱਖਾਂ ਵਿੱਚ ਕੀਤਾ ਹੈ। ਭਿੱਖਾ ਟੋਡਾ ਭੱਟ ਦੋਏ ਧਾਰੂ ਸੂਦ ਮਹਿਲ ਤਿਸ ਭਾਰਾ। 1399 ਤੋਂ ਲੈ ਕੇ 1409 ਅੰਗ ਤੱਕ ਭੱਟ ਸਾਹਿਬਾਨਾਂ ਦੇ 123 ਸਵਈਏ ਨੇ। ਇਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਭੱਟ ਭਗੀਰਥ ਨਾਲ ਜਾ ਕੇ ਮਿਲਦਾ ਹੈ। ਉਹਦੀ ਭੱਟ ਭਗੀਰਥ ਦੀ ਕੁੱਲ ਵਿੱਚੋਂ 6ਵੇਂ ਥਾਂ ਤੇ ਭੱਟ ਰਈਆ ਜੀ ਹੋਏ ਨੇ, ਤੇ ਜਿਹੜਾ ਭੱਟ ਰਈਆ ਸੀ ਉਹਦੇ ਪੁੱਤਰ ਸਨ ਭਿੱਖਾ, ਸੇਖਾ, ਤੋਖਾ, ਗੋਖਾ, ਚੋਖਾ ਤੇ ਟੋਡਾ। 6 ਪੁੱਤਰ ਸਨ ਉਹਦੇ। ਤੇ ਜਿਹੜਾ ਭੱਟ ਭਿੱਖਾ ਹੈ ਇਹਦੇ ਅੱਗੇ 3 ਪੁੱਤਰ ਸਨ, ਜਾਲਪ, ਕੀਰਤ ਤੇ ਨਲ। ਆਪਾਂ ਸਵਈਆ ਪੜ੍ਹਦੇ ਹਾਂ, ਇੱਕ ਅਰਦਾਸ ਭਾਟ ਕੀਰਤ ਕੇ ਗੁਰ ਰਾਮਦਾਸ ਰਾਖੋ ਸਰਨਾਈ। ਉਹ ਜੋ ਕੀਰਤ ਆਇਆ ਨਾ, ਕੀਰਤ ਭੱਟ ਸਾਹਿਬਾਨ ਦਾ, ਭੱਟ ਜੀ ਦਾ ਨਾਮ ਹੈ। ਉਹ ਬੇਨਤੀ ਕਰ ਰਹੇ ਨੇ, ਹੇ ਗੁਰੂ ਰਾਮਦਾਸ ਜੀ ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ, ਸਾਨੂੰ ਆਪਣੇ ਚਰਨਾਂ ਦੇ ਨੇੜੇ ਰੱਖੋ। ਤਾਂ ਭੱਟ ਸਾਹਿਬਾਨ ਇਸ ਪ੍ਰਕਾਰ ਭੱਟ ਭਿੱਖਾ ਜੀ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਹਜ਼ੂਰੀ ਸਿੱਖਾਂ ਦੇ ਵਿੱਚ ਵੀ ਕੀਤਾ ਹੈ। ਤਾਂ ਭੱਟ ਮੈਂ ਬੇਨਤੀ ਕਰ ਰਿਹਾ ਸਾਂ, ਸਾਰਸੂ ਤੋਂ ਭਾਵ ਸਰਸਵਤੀ ਦੇ ਕਿਨਾਰੇ ਦੇ ਵਸਨੀਕ। ਜਿਸ ਵਕਤ ਇਹਦਾ ਇੱਕ ਹੋਰ ਇਤਿਹਾਸਕ ਹਵਾਲਾ ਹੈ, ਜਦੋਂ ਆਪ ਜੀ ਕਰਨਾਲ ਵੱਲ ਜਾਓ ਤੇ ਤਰਾਵੜੀ ਅਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ। ਜਿਸ ਦਿਨ ਭਾਈ ਜੈਤਾ ਜੀ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸੀਸ ਲੈ ਕੇ ਗਏ, ਤੇ ਜਿਹੜਾ ਉੱਥੇ ਗੁਰੂ ਕਾ ਪਿਆਰਾ ਸੀ ਧੋਬੀ ਭਾਈ ਦੇਵਾ ਰਾਮ, ਉਹ ਵੀ ਗੁਰੂ ਘਰ ਦਾ ਪ੍ਰੇਮੀ ਸੀ। ਤੇ ਉਸ ਵਕਤ ਚਲੋ ਜਿਵੇਂ ਵੀ, ਭਾਵੇਂ ਚਾਦਰ ਵਿੱਚ, ਟੋਕਰੇ ਵਿੱਚ, ਕਿਸੇ ਵੀ ਤਰੀਕੇ ਉਹਨਾਂ ਨੇ ਸੀਸ ਸੰਭਾਲਿਆ ਹੋਇਆ ਸੀ। ਤੇ ਜਦੋਂ ਪਾਣੀ ਲੱਗੇ ਨਾ ਪੀਣ, ਤੇ ਧੋਬੀ ਉਹ ਸਰਸਵਤੀ ਇਹ ਜਿਹੜਾ ਵਾਇਆ ਸੀ ਇੱਥੋਂ ਵਹਿੰਦੀ ਹੁੰਦੀ ਸੀ। ਉੱਥੇ ਨਦੀ ਤੇ ਉਹ ਕੱਪੜੇ ਧੋ ਰਿਹਾ ਤੇ ਵੇਖਦਾ ਹੈ ਵੀ ਜਿਹੜਾ ਕੋਈ ਗੁਰੂ ਕਾ ਪਿਆਰਾ ਹੈ ਇਹ ਪਾਣੀ ਵੀ ਪੀਂਦਾ ਹੈ, ਤੇ ਚਿਹਰੇ ਤੋਂ ਲੱਗਦਾ ਹੈ ਵੀ ਇਹਨੇ ਕੋਈ ਨਾ ਬੜੀ ਵਡਮੁੱਲੀ ਤੇ ਅਣਮੁੱਲੀ ਵਸਤੂ ਕੋਈ ਸੰਭਾਲੀ ਹੋਈ ਹੈ। ਤੇ ਉਹਨਾਂ ਪੁੱਛ ਲਿਆ, ਭਾਈ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ? ਇਹ ਭੱਟ ਸਾਹਿਬਾਨਾਂ ਦਾ ਮੈਂ ਜ਼ਿਕਰ ਕਰ ਰਿਹਾ। ਸਰਸਵਤੀ ਦੇ ਕਿਨਾਰੇ ਦੇ ਵਸਨੀਕ ਸਨ। ਤਾਂ ਜਿਸ ਵਕਤ ਉਹਨਾਂ ਦੱਸਿਆ ਤੇ ਉਹ ਆਪਣੇ ਘਰ ਲੈ ਗਏ, ਜਿੱਥੇ ਭੋਰਾ ਸਾਹਿਬ ਸਥਾਨ ਹੈ। ਜਦੋਂ ਲੈ ਕੇ ਗਏ, ਭਾਈ ਦੇਵਾ ਰਾਮ ਮਹਾਰਾਜ ਜੀ ਜਦੋਂ ਦਿੱਲੀ ਆਏ ਨੇ, ਆਉਣ ਲੱਗੇ ਦਰਸ਼ਨ ਦੇ ਕੇ ਆਏ ਨੇ, ਤੇ ਉਹ ਗੁਰੂ ਕਾ ਪਿਆਰਾ ਸਤਿਗੁਰਾਂ ਦਾ ਸਿੱਖ ਸੀ, ਗੁਰੂ ਘਰ ਦਾ ਪ੍ਰੇਮੀ ਸੀ। ਤੇ ਮਹਾਰਾਜ ਜੀ ਨੂੰ ਬੇਨਤੀ ਕਰਦਾ, ਪਾਤਸ਼ਾਹ ਜੀ ਮੇਰੇ ਘਰ ਆਓ। ਤੇ ਸਾਹਿਬ ਨੇ ਸਹਿਜ ਸੁਭਾਏ ਬਚਨ ਕੀਤੇ ਸਨ, ਜਾਂਦੇ ਹੋਏ ਤੁਹਾਡੇ ਘਰ ਹੋ ਕੇ ਜ਼ਰੂਰ ਜਾਵਾਂਗੇ। ਤੇ ਉਹ ਉਡੀਕ ਵਿੱਚ ਵੀ ਸੀ। ਉਹਨੇ ਪੁੱਛ ਵੀ ਲਿਆ, ਭਾਈ ਜੇ ਤੂੰ ਦਿੱਲੀੋਂ ਆਇਆ ਹੈ ਤੇ ਤੈਨੂੰ ਪਤਾ ਹੋਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਾਰੇ ਕੋਈ ਗੱਲ ਸੁਣੀ ਹੈ? ਤੇ ਕਹਿਣ ਲੱਗੇ, ਚੱਲ ਤੇਰਾ ਘਰ ਕਿੱਥੇ ਹੈ? ਜਿੱਥੇ ਭੋਰਾ ਸਾਹਿਬ ਸਥਾਨ ਹੈ ਉੱਥੇ ਲੈ ਕੇ ਆ ਗਏ। ਤੇ ਉਹਨਾਂ ਨੇ ਨਾ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਲਈ ਇੱਕ ਪੀੜਾ ਤਿਆਰ ਕੀਤਾ ਸੀ, ਬੜਾ ਸੋਹਣਾ ਚਾਦਰ ਤਿਆਰ ਕੀਤੀ, ਹੋਰ ਜਿਹੜੀਆਂ ਭੇਟਾਵਾਂ ਸਨ ਉਹ ਤਿਆਰ ਕੀਤੀਆਂ ਸਨ। ਜਿਸ ਵਕਤ ਲੈ ਕੇ ਗਏ
ਤੇ ਭਾਈ ਜੈਤਾ ਜੀ ਕਹਿੰਦੇ ਨੇ ਲਿਆਓ ਜੋ ਮਹਾਰਾਜ ਦੀਆਂ ਭੇਟਾਵਾਂ ਤਿਆਰ ਕੀਤੀਆਂ ਨੇ। ਉਹਨਾਂ ਨੂੰ ਇਹ ਹੈ ਵੀ ਪਤਾ ਨਹੀਂ ਹੁਣ ਇਹ ਕੋਲ ਕੀ ਹੈ। ਤੇ ਜਿਸ ਵਕਤ ਮਹਾਰਾਜ ਜੀ ਦਾ ਸੀਸ ਭਾਈ ਜੈਤਾ ਜੀ ਨੇ ਰੱਖਿਆ ਤਾਂ ਨੇਤਰਾਂ ਚੋਂ ਨੀਰ ਵਹਿ ਤੁਰਿਆ, ਪਾਤਸ਼ਾਹ ਜੀ ਸਾਡੇ ਘਰ ਤੇ ਆਏ ਪਰ ਕਿਹੜੇ ਰੂਪ ਵਿੱਚ ਆਏ। ਮਹਾਰਾਜ ਜੀ ਆਉਂਦੇ ਸਹਿਜ ਸੁਭਾਏ ਬਚਨ ਕਰਕੇ ਆਏ ਸਨ, ਜਾਂਦੇ ਹੋਏ ਤੇਰੇ ਘਰ ਹੋ ਕੇ ਜਾਵਾਂਗੇ। ਅਰਦਾਸ ਵਿੱਚ ਆਪਾਂ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਆ ਘਰ ਨਉ ਨਿਦਾਵੈ ਧਾਏ, ਸਭ ਥਾਈ ਹੋਏ ਸਹਾਏ। ਜਿੱਥੇ ਵੀ ਕੋਈ ਯਾਦ ਕਰਦਾ, ਕੋਈ ਚੇਤੇ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਹਰ ਥਾਂ ਸਹਾਈ ਹੁੰਦੇ ਨੇ। ਜੇ ਭਾਈ ਮੱਖਣ ਸ਼ਾਹ ਨੇ ਬੇਨਤੀ ਕੀਤੀ ਮਹਾਰਾਜ ਜੀ ਡੁੱਬਦਾ ਬੇੜਾ ਮੇਰਾ ਪਾਰ ਲਾਓ, ਤੇ ਸਾਹਿਬ ਸਹਾਈ ਹੋਏ, ਕਿਰਪਾ ਕੀਤੀ, ਉਹਦਾ ਬੇੜਾ ਪਾਰ ਲਾਇਆ। ਬਸ ਇੱਕ ਫਰਕ ਹੈ ਵੀ ਸਾਨੂੰ ਉਵੇਂ ਅਰਦਾਸ ਕਰਨੀ ਆ ਜਾਏ ਜਿਵੇਂ ਭਾਈ ਮੱਖਣ ਸ਼ਾਹ ਨੇ ਕੀਤੀ ਸੀ। ਸਾਡਾ ਟਿਕਾ ਉਵੇਂ ਦਾ ਬਣ ਜਾਏ, ਅਸੀਂ ਸਤਿਗੁਰਾਂ ਨੂੰ ਯਾਦ ਉਵੇਂ ਕਰ ਸਕੀਏ ਜਿਵੇਂ ਉਹਨਾਂ ਨੇ ਕੀਤਾ ਸੀ। ਤਾਂ ਜੋ ਮੈਂ ਬੇਨਤੀ ਕਰ ਰਿਹਾ ਸਾਂ, ਇਸ ਪ੍ਰਕਾਰ ਜਿਹੜੇ ਭੱਟ ਸਾਹਿਬਾਨ ਨੇ ਉਹ ਇਸ ਪਰਗਣੇ ਇਸ ਇਲਾਕੇ ਦੇ ਵਸਨੀਕ ਸਨ। ਤਾਂ 123 ਸਵਈਏ ਨੇ ਅੱਜ ਦੀ ਪਾਵਨ ਵਿਚਾਰ ਦੇ ਅੰਦਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਉਪਮਾ ਕਰਦੇ ਹੋਏ ਸਾਹਿਬੇ ਕਿਰਪਾ ਰਹਿਮਤ ਬਖਸ਼ਿਸ਼ ਕਰਦੇ ਨੇ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਇੱਕ ਰਾਜ ਹੈ, ਇੱਕ ਜੋਗ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਰਾਜ ਵੀ ਦੇ ਦਿੱਤਾ ਤੇ ਜੋਗ ਵੀ ਦੇ ਦਿੱਤਾ। ਹੁਣ ਇੱਕ ਦੁਨਿਆਵੀ ਰਾਜ ਹੈ। ਰਾਜ ਤੋਂ ਕੀ ਭਾਵ ਹੈ? ਰਾਜ ਤੋਂ ਜਾਂ ਰਾਜੇ ਤੋਂ ਜਾਂ ਬਾਦਸ਼ਾਹ ਤੋਂ ਇਹ ਭਾਵ ਹੈ ਵੀ ਉਹ ਜੋ ਚਾਹੇ ਉਹ ਕਰ ਸਕਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਤੁਹਾਡੇ ਦਰ ਤੇ ਜਿਹੜੀ ਵੀ ਕੋਈ ਕਾਮਨਾ ਲੈ ਕੇ ਗਿਆ ਤੁਸੀਂ ਉਹਦੀ ਪੂਰੀ ਕਰ ਦਿੱਤੀ। ਜਿਵੇਂ ਦੀ ਕੋਈ ਇੱਛਾ ਲੈ ਕੇ ਗਿਆ ਤੁਸੀਂ ਉਹ ਪੂਰੀ ਕਰ ਦਿੱਤੀ। ਤੇ ਇਹ ਜਿਹੜਾ ਰਾਜ ਹੈ ਇਹ ਅਟਲ ਰਾਜ ਹੈ। ਇੱਕ ਬਾਹਰੀ ਤੌਰ ਤੇ ਸੰਸਾਰੀ ਰਾਜ ਨੇ, ਉਹ ਕੁਝ ਸਮੇਂ ਦੇ ਲਈ ਬਾਦਸ਼ਾਹ ਰਾਜਾ ਬਣਦਾ ਹੈ, ਕੁਝ ਸਮੇਂ ਬਾਅਦ ਫਿਰ ਕੋਈ ਹੋਰ ਆ ਜਾਂਦਾ ਹੈ। ਜ਼ਰੂਰੀ ਨਹੀਂ ਜਿਹੜਾ ਸੰਸਾਰੀ ਤੌਰ ਤੇ ਰਾਜਾ ਹੈ ਉਹ ਸਾਰਿਆਂ ਨੂੰ ਸੁੱਖ ਦੇ ਸਕੇ। ਉਹ ਤਾਂ ਸਗੋਂ ਸੋਚੇਗਾ ਵੀ ਜਿਹੜਾ ਕੋਈ ਗਰਾਈ ਖਾਂਦਾ ਤੇ ਮੂੰਹ ਚੋਂ ਮੈਂ ਕੱਢ ਕਿਸੇ ਤਰ੍ਹਾਂ ਲਵਾਂ, 2-4 ਟੈਕਸ ਹੋਰ ਕੋਈ ਨਾ ਕੋਈ ਲਾ ਦਿਆਂ। ਪਰ ਜਿਹੜਾ ਇਹ ਰਾਜ ਹੈ ਇਹ ਅਟਲ ਰਾਜ ਹੈ। ਰਾਜ ਤੋਂ ਭਾਵ ਭਈ ਸਮੇਂ ਦਾ ਰਾਜਾ, ਸਮੇਂ ਦਾ ਬਾਦਸ਼ਾਹ, ਉਹ ਜੋ ਚਾਹੇ ਕਰ ਸਕਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀਓ ਤੁਹਾਡਾ ਰਾਜ ਅਟਲ ਰਾਜ ਹੈ। ਜਿਹੜੀ ਕੋਈ ਇੱਛਾ, ਜਿਹੜੀ ਕੋਈ ਕਾਮਨਾ ਲੈ ਕੇ ਗਿਆ ਤੁਸੀਂ ਉਹ ਪੂਰੀ ਕਰ ਦਿੱਤੀ। ਗੁਰੂ ਰਾਮਦਾਸ ਜੀ ਮਹਾਰਾਜ ਜੀ ਪਾਤਸ਼ਾਹ ਜੀ ਦਾ ਜੀਵਨ ਸੇਵਾ ਤੇ ਸਿਮਰਨ ਅਤੇ ਨਿਮਰਤਾ ਦੇ ਪੁੰਜ। ਕਈ ਵਾਰ ਐਸਾ ਹੁੰਦਾ ਹੈ ਕਿਸੇ ਦੇ ਜੀਵਨ ਵਿੱਚ ਕੋਈ ਘਟਨਾ ਵਾਪਰ ਜਾਏ, ਮਨੁੱਖ ਕਹਿੰਦਾ ਵੀ ਹੁਣ ਟੁੱਟ ਜਾ ਗਏ ਆ, ਕੋਈ ਹਿੰਮਤ ਨਹੀਂ ਰਹਿ ਗਈ ਕੰਮ ਕਰਨ ਦੀ। ਹੁਣ ਤੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਖਤਮ ਜਾ ਹੋ ਗਏ ਆ, ਮੁੱਕ ਜਾ ਗਏ ਆ। ਪਰ ਜਦੋਂ ਐਵੇਂ ਲੱਗੇ ਨਾ ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਯਾਦ ਕਰ ਲੈਣਾ ਚਾਹੀਦਾ ਹੈ। ਸੰਸਾਰ ਦੇ ਲੋਕ ਆਪਣੇ ਬੱਚਿਆਂ ਨੂੰ ਲਾਹੌਰ ਦੀਆਂ ਗਲੀਆਂ ਵਿੱਚ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੇ ਨਾਲ ਖੇਡਣ ਨਹੀਂ ਸਨ ਦਿੰਦੇ ਹੁੰਦੇ, ਕਿਉਂਕਿ ਬਾਲੜੀ ਉਮਰੇ ਮਾਤਾ ਪਿਤਾ ਚੜ੍ਹਾਈ ਕਰ ਗਏ। ਤੇ ਸਮਾਜ ਇਸ ਤਰ੍ਹਾਂ ਹੈ, ਆਪਾਂ ਬੜੀ ਛੇਤੀ ਕੋਈ ਨਾ ਕੋਈ ਟੈਗ ਲਾ ਦਿੰਦੇ ਆ। ਕਿਸੇ ਨੇ ਕਹਿ ਦਿੱਤਾ ਵੀ ਇਹ ਆਪਾਂ ਗਏ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਗੁਰੂ ਰਾਮਦਾਸ ਜੀ ਮਹਾਰਾਜ ਜੀ ਪਾਤਸ਼ਾਹ ਜੀ ਦੇ ਪਿਤਾ ਜੀ ਨੇ ਜਦੋਂ ਚੜ੍ਹਾਈ ਨਿਸ਼ਨ ਕੀਤੇ, ਇੱਕ ਦਿਨ ਨਾ ਸਹਿਜ ਸੁਭਾਏ ਬਚਨ ਕੀਤੇ। ਬਚਨ ਕੀ ਕੀਤੇ? ਖੇਲਣ ਕੇ ਦਿਨ ਖੇਲ ਗਏ ਹੈ, ਯਾਤੇ ਬਚ ਮੈਂ ਤੋਹੇ ਕਹੇ ਹੈ। ਕਿ ਤੁਹਾਡੇ ਖੇਡਣ ਵਾਲੇ ਦਿਨ ਖੇਡ ਗਏ ਨੇ, ਤੁਸੀਂ ਵੱਡੇ ਹੋ ਗਏ ਹੋ ਤੇ ਕੋਈ ਕੰਮ ਕਰ ਕਰਿਆ ਕਰੋ। ਚਲੋ ਉੱਥੇ ਵੀ ਕੋਈ ਸਮਾਂ ਘੁੰਗਣੀਆਂ ਵੇਚੀਆਂ, ਸਮਾਂ ਆਪਣੇ ਚਾਲੇ ਚੱਲਦਾ ਗਿਆ। ਮਾਤਾ ਪਿਤਾ ਚੜ੍ਹਾਈ ਕਰ ਗਏ ਤੇ ਬਾਸਰ ਕੇ ਤੋਂ ਨਾਨੀ ਗਈ।
ਰਿਸ਼ਤੇਦਾਰੀਆਂ ਬੜੀਆਂ ਨੇ, ਸਾਖ ਸੰਬੰਧ ਸੰਸਾਰ ਤੇ ਬੜੇ ਨੇ, ਪਰ ਸਾਧ ਸੰਗਤ ਜੀਓ ਜਿਹੜਾ ਸਿੱਖ ਆਂਦਰਾਂ ਦੇ ਸਾਕ ਨੂੰ ਪੈਂਦਾ ਉਹ ਦੂਜੇ ਨੂੰ ਨਹੀਂ ਪੈਂਦਾ। ਜਿਹੜੇ ਆਂਦਰਾਂ ਦੀ ਖਿੱਚ ਹੈ ਨਾ, ਜਿਹੜੀ ਉਹ ਆਂਦਰਾਂ ਨੂੰ ਪੈਂਦੀ ਹੈ, ਉਹ ਕਿਸੇ ਹੋਰ ਨੂੰ ਨਹੀਂ ਪੈਂਦੀ। ਬਾਸਰਕੇ ਤੋਂ ਨਾਨੇ ਗਏ, ਉਹਨਾਂ ਸੋਚਿਆ ਭਈ ਮੈਂ ਜਾ ਕੇ ਇੱਥੇ ਆਪਣੇ ਕੋਲ ਹੀ ਲੈ ਆਵਾਂ। ਜਿਸ ਵਕਤ ਗਈ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਕਹਿਣ ਲੱਗੇ, ਬੇਟਾ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਦਾ ਖਰਚ ਬੜਾ ਸਸਤਾ ਹੈ, ਤੇ ਚੱਲ ਆਪਾਂ ਬਾਸਰਕੇ ਚਲੀਏ, ਕਿਸੇ ਦਾ ਝਾੜੂ ਪੋਚਾ ਕੱਤਣਾ ਪੈਣਾ ਕੁਛ ਮੈਂ ਕਰਾਂਗੇ, ਕੋਈ ਛੋਟਾ ਮੋਟਾ ਕੰਮ ਤੂੰ ਕਰੀਂ, ਤੇ ਸਾਡਾ ਜਿਹੜਾ ਇਹਨਾਂ ਗੁਜ਼ਾਰਾ ਚੱਲੀ ਜਾਏਗਾ। ਹੁਣ ਲਾਹੌਰ ਦੇ ਵਿੱਚ ਬੜੀ ਬਲਾਦਰੀ ਵਸਦੀ ਸੀ, ਬੜੇ ਜੀ ਵਸਦੇ ਸਨ। ਇਹ ਗੱਲ ਸਮਾਜ ਤੇ ਭਾਰੂ ਹੈ ਕਿ ਜਿਵੇਂ ਜਿਵੇਂ ਮਨੁੱਖ ਅਗਾਂਹ ਵੱਧਦਾ ਹੈ, ਜਿਹਨੂੰ ਚਾਰ ਜਣੇ ਸਲਾਮ ਕਰਦੇ ਨੇ ਉਹਦੇ ਨਾਲ ਸਾਰੇ ਹੋ ਤੁਰਦੇ ਨੇ। ਤੇ ਜੇ ਕਿਸੇ ਕਾਰਨ ਵਸ ਸਮਾਜ ਦੇ ਵਿੱਚ ਕੋਈ ਪਿੱਛੇ ਰਹਿ ਗਿਆ, ਕੋਈ ਘਟਨਾ ਐਵੇਂ ਦੀ ਵਾਪਰ ਗਈ, ਫਿਰ ਜਿਹੜੇ ਆਪਣੇ ਨੇ ਉਹ ਵੀ ਕਹਿ ਦਿੰਦੇ ਨੇ ਵੀ ਨਹੀਂ ਇਹ ਸਾਡਾ ਨਹੀਂ ਹੈ। ਤਾਂ ਸਮਾਂ ਐਵੇਂ ਦਾ ਆਇਆ, ਨਾਨੀ ਗਈ, ਮਹਾਰਾਜ ਜੀ ਨੂੰ ਨਾਲ ਲਿਆ। ਸਾਧ ਸੰਗਤ ਜੀ ਕਿਵੇਂ ਦਾ ਸਮਾਂ ਹੋਏਗਾ, ਜਿਹੜੇ ਘਰ ਵਿੱਚ ਧੀ ਨੂੰ ਵਿਆਹ ਕੇ ਭੇਜਿਆ ਹੋਏ ਉਸ ਘਰ ਨੂੰ ਹੱਥੀਂ ਜੰਦਰਾ ਮਾਰਨਾ ਪੈ ਜਾਏ, ਉਸ ਮਾਂ ਵਾਸਤੇ ਏਡੂ ਵੱਡਾ ਦੁੱਖ ਕੀ ਹੋ ਸਕਦਾ ਹੈ। ਜਿਹੜੇ ਘਰ ਵਿੱਚ ਧੀ ਨੂੰ ਵਿਆਹ ਕੇ ਭੇਜਿਆ ਉਸ ਘਰ ਨੂੰ ਹੱਥੀਂ ਜੰਦਰਾ ਮਾਰਨਾ ਪੈ ਜਾਏ, ਸਭ ਤੋਂ ਵੱਡਾ ਜਿਹੜਾ ਦੁੱਖ ਹੈ ਔਲਾਦ ਦਾ ਦੁੱਖ ਹੈ। ਬੰਦੇ ਦੇ ਬੱਚੇ ਸੈੱਟ ਨੇ, ਕਾਰੋਬਾਰ ਸੈੱਟ ਹੈ, ਉਹਨੂੰ ਮਾੜਾ ਮੋਟਾ ਕੋਈ ਸਰੀਰਕ ਦੁੱਖ ਤਕਲੀਫ ਵੀ ਆ ਮਹਿਸੂਸ ਨਹੀਂ ਹੁੰਦੀ ਭਈ ਮੈਂ ਠੀਕ ਆ। ਜੇਕਰ ਔਲਾਦ ਦੁਖੀ ਹੈ ਤੇ ਭਾਵੇਂ ਉਹਨੇ ਸਾਰੀ ਉਮਰ ਬੜਾ ਕਮਾਇਆ, ਬੜਾ ਕੀਤਾ ਹੈ, ਪਰ ਉਹਦੇ ਅੰਦਰ ਇੱਕ ਗੱਲ ਨਾ ਉਹਨੂੰ ਖਾਂਦੀ ਰਹਿੰਦੀ ਹੈ ਵੀ ਜਿਹੜੇ ਮੇਰੇ ਬੱਚੇ ਨੇ ਸੈੱਟ ਨਹੀਂ। ਬੜਾ ਵੱਡਾ ਦੁੱਖ ਹੈ ਔਲਾਦ ਦਾ ਦੁੱਖ। ਮਹਾਰਾਜ ਜੀ ਨੂੰ ਨਾਲ ਲਿਆ ਤੇ ਦਰਵਾਜ਼ਾ ਬੰਦ ਕਰਦੀ ਹੈ ਤੇ ਆਪਣੇ ਜਵਾਈ ਬਾਬਾ ਹਰਦਾਸ ਜੀ ਨੂੰ ਯਾਦ ਕਰਦੀ ਹੈ ਤੇ ਕਹਿੰਦੀ ਹੈ, ਲੈ ਬੇਟਾ ਹਰਦਾਸ, ਇਹ ਤੇਰੇ ਘਰ ਦਾ ਜੰਦਰਾ ਹੁਣ ਨਿਮਤ ਨਾਲ ਖੁੱਲੇਗਾ, ਕੁਦਰਤ ਨਾਲ ਖੁੱਲੇਗਾ। ਕਿਉਂਕਿ ਜੇ ਛੋਟਾ ਜਿਹਾ ਬੱਚਾ ਹੈ, ਇਹਨੂੰ ਮੈਂ ਲੈ ਕੇ ਚੱਲੀ ਆ, ਵੱਡਾ ਹੋਏਗਾ, ਵਿਆਹਾਂਗੇ, ਕੀ ਹੋਏਗਾ ਕਿ ਨਹੀਂ ਵਾਹਿਗੁਰੂ ਜਾਣਦਾ ਹੈ। ਲੈ ਕੇ ਆ ਗਿਆ ਤੇ ਆ ਕੇ ਕੀ ਕੀਤਾ, ਘੁੰਗਣੀਆਂ ਉਬਾਲ ਕੇ ਦਿੰਦੇ ਨੇ। ਬਾਸਰਕੇ ਦੀਆਂ ਗਲੀਆਂ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਹੌਕਾ ਦਿੰਦੇ ਨੇ। ਕੋਈ ਗਲੀ ਵਿੱਚ ਭੁੱਖਾ ਸਾਧ ਬੈਠਾ ਸੀ ਤਾਂ ਕਹਿਣ ਲੱਗਾ ਮੈਨੂੰ ਭੁੱਖ ਬੜੀ ਲੱਗੀ ਹੈ, ਲਿਆਓ ਮੈਨੂੰ ਘੁੰਗਣੀਆਂ ਦੇ ਦਿਓ। ਮਹਾਰਾਜ ਜੀ ਨੇ ਕੋਈ 2-4 ਬੁੱਕਾਂ ਦੇ ਦਿੱਤੀਆਂ, ਨਿੱਕੇ ਨਿੱਕੇ ਹੱਥ, ਤੇ ਸਾਧੂ ਕਹਿਣ ਲੱਗਾ ਭਈ ਮੈਨੂੰ ਭੁੱਖ ਬੜੀ ਲੱਗੀ ਹੈ, ਤੇਰੇ ਹੱਥ ਨਿੱਕੇ ਨਿੱਕੇ ਨੇ ਤੇ ਮੇਰਾ ਇੰਨੀਆਂ ਕੁ ਨਾਲ ਕੀ ਬਣਨਾ ਹੈ। ਸਾਹਿਬ ਨੇ ਬਚਨ ਕੀਤੇ ਫਿਰ ਝੋਲੀ ਕਰ। ਉਹਨੇ ਜੋ ਗਲ ਕੁੜਤਾ ਕਮੀਜ਼ ਪਾਇਆ ਸੀ ਉਹਨੇ ਝੋਲੀ ਕੀਤੀ। ਮਹਾਰਾਜ ਜੀ ਨੇ ਚੰਗੇਰ ਘੁੰਗਣੀਆਂ ਦੀ ਝੋਲੀ ਚ ਲੁੱਦ ਕੇ ਘਰ ਆ ਗਏ। ਘਰ ਆ ਗਏ ਤੇ ਨਾਨੀ ਦਾ ਪੁੱਛਣਾ ਸੁਭਾਵਿਕ ਸੀ, ਬੇਟਾ ਘੁੰਗਣੀਆਂ ਕੋਈ ਵੀ ਨਹੀਂ ਤੇ ਵਟ ਕੇ ਕੀ ਲਿਆਇਆ, ਵਟਕ ਕਿੱਥੇ ਹੈ। ਮਾਂ ਅੱਜ ਇੱਕ ਭੁੱਖਾ ਸਾਧੂ ਮਿਲ ਪਿਆ ਸੀ ਤੇ ਮੈਂ ਜਿਹੜੀਆਂ ਘੁੰਗਣੀਆਂ ਉਹਦੀ ਝੋਲੀ ਚ ਪਾਇਆ ਉਹਨੂੰ ਦੇ ਆਇਆ। ਤੇ ਵਡੇਰੀ ਨਾਨੀ ਨੇ ਕਿਹਾ, ਬੇਟਾ ਐਵੇਂ ਕਿਵੇਂ ਕੰਮ ਚੱਲੇਗਾ, ਆਖਰ ਨੂੰ ਤੇ ਕਣਕ ਵੀ ਮੁੱਲ ਦੀ ਹੈ ਨਾ, ਤੇ ਕਣਕ ਲਿਆਂਗੇ ਤੇ ਫਿਰ ਤੈਨੂੰ ਘੁੰਗਣੀਆਂ ਵਾਲ ਕੇ ਦਿਆਂਗੀ। ਤੇ ਸਾਹਿਬ ਨੇ ਬਚਨ ਕੀਤੇ ਸਨ। ਅੱਜ ਦੀ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਇਹ ਗੱਲ ਪੱਲੇ ਬੰਨਣੀ ਚਾਹੀਦੀ ਹੈ। ਸਾਨੂੰ ਕੋਈ ਮਾੜਾ ਜਿਹਾ ਕਹਿ ਦੇ ਵੀ ਤੂੰ ਕੱਖ ਨਹੀਂ ਕਰ ਸਕਦਾ, ਜੇ ਬੰਦੇ ਨੇ ਕੋਈ ਕੰਮ ਕਰਨਾ ਉਹ ਛੱਡ ਕੇ ਬਹਿ ਜਾਂਦਾ ਹੈ ਵੀ ਮੈਂ ਹੁਣ ਕੁਛ ਨਹੀਂ ਕਰ ਸਕਦਾ। ਉਹ ਜੇ ਕਰ ਤੇ ਸਕਦਾ ਪਰ ਉਹਨੇ ਢੇਰੀ ਢਾ ਦਿੱਤੀ ਵੀ ਜੇ ਨਹੀਂ ਤੇ ਮੈਂ ਨਹੀਂ ਕਰ ਸਕਦਾ। ਸਾਹਿਬ ਨੇ ਫਿਰ ਜਿਹੜੇ ਬਚਨ ਕੀਤੇ ਸਨ ਨਾ, ਜਦੋਂ ਮਾਂ ਨੇ ਕਿਹਾ ਸੀ ਕਿ ਜੇ ਪੈਸੇ ਤੋਂ ਬਿਨਾਂ ਕੰਮ ਕਿਵੇਂ ਚੱਲੇਗਾ, ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਚਨ ਕੀਤੇ ਤੇ ਕਹਿਣ ਲੱਗੇ, ਮਾਂ ਜੇ ਰੱਬ ਨੇ ਮੂੰਹ ਇੱਕ ਲਾਇਆ ਤੇ ਉਹਨੇ ਹੱਥ 2 ਦਿੱਤੇ ਨੇ, ਇਹ 2 ਹੱਥ ਇਹਨਾਂ ਵੀ ਨਾ ਕਮਾ ਸਕਣਗੇ ਵੀ ਇੱਕ ਮੂੰਹ ਹੀ ਭਰ ਲੈਣ। ਤੇ ਨਾਨੀ ਦੀਆਂ ਅੱਖਾਂ ਭਰ ਆਈਆਂ ਤੇ ਕਹਿੰਦੀ, ਇਹ ਅਕਾਲ ਪੁਰਖ ਵਾਹਿਗੁਰੂ, ਜਿਗਰਾ ਤੂੰ ਬਾਦਸ਼ਾਹ ਵਾਲਾ ਦਿੱਤਾ ਤੇ ਦੇਣ ਨੂੰ ਕੱਖ ਵੀ ਨਾ ਦਿੱਤਾ।
ਜਿਗਰਾ ਤੂੰ ਬਾਦਸ਼ਾਹ ਵਾਲਾ ਦਿੱਤਾ ਤੇ ਦੇਣ ਨੂੰ ਕੱਖ ਵੀ ਨਾ ਦਿੱਤਾ। ਵੰਡ ਕੇ ਛਕਣਾ ਹੋਏ ਸਹੀ, ਮਨੁੱਖ ਤਿਲ ਵੀ ਵੰਡ ਕੇ ਛਕ ਸਕਦਾ ਹੈ। ਤੇ ਜੇ ਵੰਡ ਕੇ ਛਕਣਾ ਹੀ ਨਹੀਂ, ਫਿਰ ਰੱਬ ਨੇ ਬੜਾ ਦਿੱਤਾ, ਕਿਸੇ ਗੱਲ ਦਾ ਘਾਟ ਨਹੀਂ। ਫਿਰ ਆਪਾਂ ਕਲਪਦਿਆਂ ਹੀ ਰਹਿਣਾ ਵੀ ਮੇਰੇ ਕੋਲ ਆ ਵੀ ਨਹੀਂ, ਮੈਨੂੰ ਆ ਵੀ ਨਹੀਂ ਮਿਲਿਆ, ਮੈਨੂੰ ਆ ਵੀ ਨਹੀਂ ਮਿਲਿਆ। ਇਸ ਲਈ ਗੁਰੂ ਰਾਮਦਾਸ ਜੀ ਮਹਾਰਾਜ ਜੀ ਪਾਤਸ਼ਾਹ ਜੀ ਫਿਰ ਜਦੋਂ ਤੀਜੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ, ਨਾਨੀ ਨਾਲ ਆਉਂਦੀ ਹੈ, ਆ ਕੇ ਨਮਸਕਾਰ ਕੀਤੇ ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਨਾ ਸਿਰ ਤੇ ਹੱਥ ਰੱਖ ਦਿੱਤਾ। ਸਿਰ ਤੇ ਹੱਥ ਰੱਖ ਦਿੱਤਾ ਤੇ ਨਾਨੀ ਕੋਲ ਬੈਠੀ ਸੀ ਤੇ ਉਹਨੇ ਹੱਥ ਜੋੜ ਲੈ, ਕਹਿਣ ਲੱਗੀ ਪਾਤਸ਼ਾਹ ਜੀ ਕਿਰਪਾ ਕਰਿਆ ਜੇ, ਜਿਹੜਾ ਹੱਥ ਸਿਰ ਤੇ ਰੱਖਿਆ ਨਾ ਹੁਣ ਚੁੱਕਿਆ ਜੇ ਨਾ। ਇਸ ਦੁਨੀਆ ਵਿੱਚ ਮੇਰੇ ਤੋਂ ਬਿਨਾਂ ਇਹਦਾ ਕੋਈ ਨਹੀਂ ਤੇ ਮੈਂ ਅਤ ਦੀ ਵਡੇਰੀ ਆ, ਮੇਰਾ ਭਰੋਸਾ ਕੋਈ ਨਹੀਂ, ਮੈਂ ਅੱਜ ਆ ਕੇ ਕੱਲ ਆ। ਉੱਥੇ ਫਿਰ ਮਹਾਰਾਜ ਜੀ ਨੇ ਸੇਵਾ ਕੀਤੀ। ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਉਹ ਆਇਆ, ਜਦੋਂ ਆਪਸ ਵਿੱਚ ਸਿੱਖਾਂ ਵਿੱਚ ਵਿਚਾਰ ਚੱਲ ਪਏ। ਕਿਸੇ ਨੇ ਕਿਹਾ ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਜਿਹੜੀ ਗੁਰਿਆਈ ਹੈ ਨਾ ਭਾਈ ਰਾਮਾ ਜੀ ਨੂੰ ਦੇਣਗੇ, ਕੋਈ ਕਵੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਦੇਣਗੇ। ਸਿੱਖਾਂ ਨੇ ਬੇਨਤੀ ਕਰ ਦਿੱਤੀ, ਪਾਤਸ਼ਾਹ ਜੀ ਸਾਡੇ ਵਿੱਚ ਵਿਚਾਰ ਚੱਲਦੇ, ਆਪ ਜੀ ਕਿਰਪਾ ਕਰੋ। ਤਾਂ ਮਹਾਰਾਜ ਜੀ ਨੇ ਕਿਰਪਾ ਕੀਤੀ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਇਤਿਹਾਸਕਾਰਾਂ ਲਿਖਿਆ ਸਾਹਿਬ ਦਾ ਮਧਰਾ ਕੱਦ ਸੀ ਤੇ ਹੱਥ ਵਿੱਚ ਸੋਟਾ ਰੱਖਦੇ ਹੁੰਦੇ ਸਨ। ਜਦੋਂ ਸਿੱਖਾਂ ਵਿੱਚ ਵਿਚਾਰ ਚੱਲੇ ਤੇ ਬੌਲੀ ਸਾਹਿਬ ਦੇ ਕੋਲ ਜਾ ਕੇ ਮਹਾਰਾਜ ਨੇ ਸੋਟੇ ਨਾਲ ਲਕੀਰਾਂ ਖਿੱਚ ਦਿੱਤੀਆਂ ਤੇ ਕਹਿ ਦਿੱਤਾ ਵੀ ਇੱਥੇ ਥੜੇ ਬਣਾਓ। ਥੜੇ ਬਣਦੇ ਗਏ, ਢਵਾਉਂਦੇ ਗਏ। ਉਹ ਥੜੇ ਨਹੀਂ ਸਨ, ਉੱਥੇ ਪ੍ਰੀਖਿਆ ਸੀ। ਤੇ ਜਿਹੜਾ ਭਾਈ ਰਾਮਾ ਸੀ ਨਾ, ਉਹ ਕਹਿਣ ਲੱਗੇ ਪਾਤਸ਼ਾਹ ਜੀ, ਪਿਤਾ ਜੀ, ਇਹ ਥੜੇ ਤੇ ਉਵੇਂ ਹੀ ਬਣੇ ਨੇ ਜਿਵੇਂ ਤੁਸੀਂ ਕਿਹਾ ਸੀ, ਪਰ ਅਸੀਂ ਕਰੀਏ ਕਿ ਤੁਹਾਨੂੰ ਗੱਲ ਕਰਕੇ ਚੇਤਾ ਭੁੱਲ ਜਾਂਦਾ, ਤੁਸੀਂ ਸਤਰੇ ਬੱਤਰੇ ਗਏ ਹੋ, ਸਾਡਾ ਕੋਈ ਕਸੂਰ ਨਹੀਂ। ਤੇ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਪਾਤਸ਼ਾਹ ਜੀ ਦੇ ਕੋਲ ਗਏ ਤੇ ਸਾਹਿਬ ਨੇ ਬਚਨ ਕੀਤੇ, ਇਹ ਥੜੇ ਉਵੇਂ ਨਹੀਂ ਬਣੇ ਜਿਵੇਂ ਅਸੀਂ ਕਹੇ ਸਨ। ਤੇ ਸਾਹਿਬ ਨੇ ਹੱਥ ਜੋੜ ਲਏ ਤੇ ਬੇਨਤੀ ਕੀਤੀ, ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਉਵੇਂ ਦੀ ਮੱਤ ਦੇ ਦਿਓ ਜਿਵੇਂ ਦਾ ਥੜਾ ਤੁਹਾਨੂੰ ਚੰਗਾ ਲੱਗਦਾ, ਅਸੀਂ ਉਵੇਂ ਦਾ ਬਣਾ ਸਕੀਏ। ਅੱਜ ਦੇ ਸਮੇਂ ਦੇ ਵਿੱਚ ਮੱਥਾ ਟੇਕਦੇ ਆਪਾਂ, ਨਮਸਕਾਰ ਕਰਨੇ ਆ, ਪਰ ਮਹਾਰਾਜ ਤੋਂ ਕੋਈ ਵਿਰਲਾ ਹੀ ਹੈ ਜਿਹੜਾ ਮੱਤ ਸੁਮੱਤ ਮੰਗਦਾ ਹੋਵੇ। ਮਹਾਰਾਜ ਜੀ ਕਿਰਪਾ ਕਰੋ, ਸਾਡਾ ਜੀਵਨ ਉਵੇਂ ਦਾ ਬਣ ਜਾਏ ਜਿਵੇਂ ਦਾ ਤੁਹਾਨੂੰ ਚੰਗਾ ਲੱਗਦਾ ਹੈ। ਸਾਡਾ ਜਿਹੜਾ ਜੀਵਨ ਹੈ ਤੁਹਾਡੇ ਬਚਨਾਂ ਦੇ, ਤੁਹਾਡੇ ਉਪਦੇਸ਼ ਦੇ ਅਨੁਸਾਰ ਹੀ ਹੋ ਜਾਏ। ਸਾਡਾ ਜਿਹੜਾ ਜੀਵਨ ਹੈ ਉਹਦੇ ਵਿੱਚ ਬੜੀ ਨਿਰਮਲਤਾ ਹੈ, ਬੜਾ ਸਹਿਜ, ਬੜਾ ਸੰਤੋਖ ਆ ਜਾਏ। ਆਪਾਂ ਵੱਖ-ਵੱਖ ਚੀਜ਼ਾਂ ਮੰਗਣੇ ਆ, ਚਲੋ ਮੰਗਣਾ ਗੁਰੂ ਤੋਂ ਹੀ ਹੈ, ਆਪਾਂ ਵੱਖ-ਵੱਖ ਮੰਗਣੇ ਆ, ਮਹਾਰਾਜ ਜੀ ਸਾਨੂੰ ਆ ਵੀ ਦਾਤ ਦੇ ਦਿਓ, ਆ ਵੀ ਚੀਜ਼ ਦੇ ਦਿਓ। ਪਰ ਗੁਰਮੁਖ ਪਿਆਰੇ ਵਿਦਵਾਨ ਕਹਿੰਦੇ ਨੇ ਇੱਕੋ ਹੀ ਗੱਲ ਮੰਗ ਲੈਣੀ ਚਾਹੀਦੀ ਹੈ, ਮਹਾਰਾਜ ਜੀ ਕਿਰਪਾ ਕਰੋ, ਉਹਦੇ ਵਿੱਚ ਸਾਰਾ ਕੁਝ ਆ ਗਿਆ। ਮਹਾਰਾਜ ਜੀ ਆਪਣੇ ਦਰੋਂ ਘਰੋਂ ਨਾਮ ਬਾਣੀ ਦੀ, ਨਾਮ ਦੀ ਦਾਤ ਬਖਸ਼ ਦਿਓ, ਉਹਦੇ ਵਿੱਚ ਹੀ ਸਾਰਾ ਕੁਝ ਆ ਗਿਆ। ਤੇ ਨਾਮ ਮਨੁੱਖ ਕਿਹਦਾ ਲੈਂਦਾ ਹੈ? ਜਿਹਦੇ ਨਾਲ ਉਹਨੂੰ ਪ੍ਰੇਮ ਹੋਏਗਾ। ਸੰਸਾਰੀ ਤੌਰ ਤੇ ਵੇਖੋ, ਇੱਕ ਮਨੁੱਖ ਐਸਾ ਜਿਹੜਾ ਨਾ ਬਾਰ-ਬਾਰ ਦਿਨ ਵਿੱਚ ਇੱਕ ਬੰਦੇ ਦਾ ਕਈ ਵਾਰ ਜ਼ਿਕਰ ਕਰ ਦਿੰਦਾ, ਫਲਾਣਾ ਬੜਾ ਭਲਾ ਪੁਰਖ ਹੈ, ਫਲਾਣਾ ਬੜਾ ਚੰਗਾ ਹੈ, ਬੜਾ ਨੇਕ ਹੈ। ਤੇ ਆਮ ਕਹਿ ਦਿੱਤਾ ਜਾਂਦਾ ਹੈ ਭਈ ਇਹ ਜਿਹੜਾ ਬੰਦਾ ਹੈ ਇਹ ਤੇ ਨਾ ਫਲਾਣੇ ਦੇ ਸੋਲੇ ਹੀ ਗਾਉਂਦਾ ਰਹਿੰਦਾ, ਵੀ ਜਦੋਂ ਵੇਖੋ ਉਹਦਾ ਹੀ ਨਾਂ ਲੈਂਦਾ ਹੈ। ਉਹਦਾ ਕਾਰਨ ਕੀ ਹੈ? ਉਸ ਦਾ ਕਾਰਨ ਇਹ ਹੈ ਸਾਧ ਸੰਗਤ ਜੀਓ, ਉਹਦੇ ਅੰਦਰ ਜਿਹੜਾ ਪ੍ਰੇਮ ਹੈ, ਜਿਹਦਾ ਨਾਂ ਲੈਂਦਾ ਨਾ, ਉਹਦੇ ਪ੍ਰਤੀ ਵਧੇਰਾ ਹੈ। ਨਾਮ ਆਪਾਂ ਉਸੇ ਦਾ ਲਵਾਂਗੇ ਜਿਸ ਦੇ ਪ੍ਰਤੀ ਸਾਡੇ ਅੰਦਰ ਪ੍ਰੇਮ ਹੋਏਗਾ। ਤੇ ਸਾਹਿਬ ਦੇ ਬਚਨ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇਕਰ ਪ੍ਰੇਮ ਨਹੀਂ ਹੈ ਤੇ ਪਰਮੇਸ਼ਰ ਦੀ ਪ੍ਰਾਪਤੀ ਵੀ ਨਹੀਂ ਹੋ ਸਕਦੀ। ਪ੍ਰੇਮ ਦੇ ਨਾਲ ਕੀਤਾ ਹੋਇਆ ਕਰਮ ਕੁਛ ਹੋਰ ਹੁੰਦਾ ਹੈ, ਬੱਧਾ ਚਿੱਟੀ ਕੀਤਾ ਹੋਇਆ ਕਰਮ ਕੁਛ ਹੋਰ ਹੁੰਦਾ ਹੈ। ਜਿੱਥੇ ਪ੍ਰੇਮ ਹੈ ਉੱਥੇ ਆਲਸ ਨਹੀਂ, ਉੱਥੇ ਨੀਂਦ ਨਹੀਂ, ਉੱਥੇ ਸੁਸਤੀ ਨਹੀਂ। ਘਰ ਵਿੱਚ ਛੋਟਾ ਜਿਹਾ ਬੱਚਾ ਹੈ, ਰਾਤ ਨੂੰ ਉੱਠ ਪੈਂਦਾ ਹੈ, ਸਾਰਾ ਟੱਬਰ ਕੋਲ ਸੁੱਤਾ ਹੈ,
ਪਰ ਮਾਂ ਨਹੀਂ ਵੇਂਦੀ ਵੀ ਮੈਂ ਗੂੜੀ ਨਿੰਦਰੇ ਸੁੱਤੀ ਆ, ਉੱਠ ਕੇ ਬਹਿ ਜਾਂਦੀ ਹੈ ਤੇ ਬੱਚੇ ਨੂੰ ਦੁੱਧ ਪਿਆਉਂਦੀ ਹੈ। ਹਾਲਾਂਕਿ ਨੀਂਦ ਤੇ ਉਹ ਦੂਜਿਆਂ ਨੂੰ ਉਹਨੂੰ ਵੀ ਆਈ ਹੈ ਨਾ, ਜੇ ਦੂਜਾ ਪਰਿਵਾਰ ਸੁੱਤਾ ਹੈ ਤੇ ਨੀਂਦਰ ਤੇ ਉਸ ਨੂੰ ਵੀ ਆਈ ਹੈ। ਜਿਹੜਾ ਪ੍ਰੇਮ ਬੱਚੇ ਦਾ ਮਾਂ ਦੇ ਨਾਲੋਂ ਕਿਸੇ ਹੋਰ ਦਾ ਨਹੀਂ, ਤੇ ਜਿਹਦੇ ਪ੍ਰਤੀ ਪ੍ਰੇਮ ਹੋਏਗਾ, ਇਹ ਤੇ ਇੱਕ ਸੰਸਾਰੀ ਗੱਲ ਹੈ। ਉੱਥੇ ਨੀਂਦ ਕੀ, ਉੱਥੇ ਫਿਰ ਜੋ ਕੁਰਬਾਨ ਕਰਨਾ ਪੈ ਮਨੁੱਖ ਕੁਰਬਾਨ ਕਰ ਦਿੰਦਾ। ਸਾਰਾ ਸਿੱਖ ਇਤਿਹਾਸ ਇਸ ਗੱਲ ਦੀ ਵਿਆਖਿਆ ਹੈ। 18ਵੀਂ ਸਦੀ ਬੰਦ ਕੱਟੇ ਗਏ, ਚਰਖੀਆਂ ਤੇ ਚਾੜੇ ਗਏ, ਅਨੇਕਾਂ ਹੀ ਤਰੀਕੇ ਵਰਤੇ ਗਏ। ਤੇ ਇੱਕ ਵਾਰ ਇਹ ਕਹਿਣਾ ਸੀ ਵੀ ਜੋ ਤੁਸੀਂ ਕਹਿੰਦੇ ਹੋ ਠੀਕ ਹੈ, ਕਿਸੇ ਨੇ ਆ ਕੇ ਥੋੜਾ ਵੇਖਣਾ ਸੀ ਵੀ ਇਹਨੇ ਨਮਾਜ਼ ਪੜ੍ਹੀ ਹੈ ਕਿ ਨਹੀਂ ਪੜ੍ਹੀ, ਇਹਨੇ ਹੱਜ ਕੀਤਾ ਕਿ ਨਹੀਂ ਕੀਤਾ। ਇੱਕ ਵਾਰ ਕਹਿਣਾ ਸੀ ਵੀ ਜੋ ਤੁਸੀਂ ਕਹਿੰਦੇ ਹੋ ਸਾਨੂੰ ਮਨਜ਼ੂਰ ਹੈ, ਪਰ ਨਹੀਂ। ਜਿਹੜੇ ਗੁਰੂ ਨਾਲ ਪ੍ਰੇਮ ਹੈ, ਜਿਸ ਪਿਆਰੇ ਸਿਓ ਨੇ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਜਿਹਦੇ ਨਾਲ ਪ੍ਰੇਮ ਹੈ, ਉਹਦੇ ਤੋਂ ਬੇਮੁਖ ਹੋ ਕੇ ਜੀਵਨ ਜੀਣਾ ਉਹ ਕਾਹਦਾ ਜੀਵਨ ਹੈ। ਇਸ ਲਈ ਜਿਸ ਦੇ ਪ੍ਰਤੀ ਸਾਡੇ ਅੰਦਰ ਪ੍ਰੇਮ ਹੋਏਗਾ, ਮਨੁੱਖ ਉਹਦੇ ਗੁਣ ਗਾਏਗਾ ਹੀ ਗਾਏਗਾ। ਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਮਤ ਐਵੇਂ ਦੀ ਦੇ ਦਿਓ ਜਿਵੇਂ ਦਾ ਤੁਹਾਨੂੰ ਚੰਗਾ ਲੱਗਦਾ, ਅਸੀਂ ਉਵੇਂ ਦਾ ਥੜਾ ਬਣਾ ਸਕੀਏ। ਗੁਰਸਿੱਖ ਮੱਥਾ ਟੇਕੇ ਨਮਸਕਾਰ ਕਰੇ, ਮਹਾਰਾਜ ਜੀ ਮੇਰਾ ਜੀਵਨ ਉਵੇਂ ਦਾ ਬਣ ਜਾਏ ਜਿਵੇਂ ਦਾ ਤੁਹਾਨੂੰ ਚੰਗਾ ਲੱਗਦਾ। ਤੇ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਸਿੱਖ ਕਿਹਨੂੰ ਕਹਿੰਦੇ ਨੇ? ਜਿਹੜਾ ਅੰਮ੍ਰਿਤ ਵੇਲੇ ਜਾਗ ਕੇ ਤੇ ਗੁਰੂ ਦਾ ਨਾਮ ਜਪਦਾ। ਉਹ ਗੱਲ ਠੀਕ ਹੈ ਵੀ ਜਿਹੜਾ ਸਿੱਖ ਦਾ ਆਪਾਂ ਕਹਿੰਦੇ ਆ ਵੀ ਉਹ ਵੀ ਸਿੱਖ ਹੈ, ਪਰ ਸਿੱਖ ਦੇ ਤੇ ਲੋਕੀ ਫਿਰ ਮਾੜੇ ਕੰਮ ਵੀ ਨੇ। ਸਿੱਖ ਦਾ ਕਿਸੇ ਨੇ ਚੋਰੀ ਕੀਤੀ, ਮਾੜਾ ਕਰਮ ਕੀਤਾ ਹੈ, ਆਖਰ ਉਹਨੇ ਵੀ ਤਾਂ ਕਿਤੋਂ ਸਿੱਖਿਆ ਹੈ ਨਾ, ਕਿਸੇ ਨੂੰ ਵੇਖਿਆ ਹੈ ਨਾ, ਕਿਤੋਂ ਆਈਡੀਆ ਲਿਆ ਹੈ ਨਾ ਵੀ ਇਹ ਕੰਮ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਸ ਲਈ ਗੁਰੂ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਗੁਰੂ ਦਾ ਸਿੱਖ ਅਖਵਾਉਂਦਾ ਹੈ, ਉਹ ਸਵੇਰੇ ਉੱਠ ਕੇ ਨਾਮ ਜਪਦਾ ਹੈ। ਅਜੋਕੇ ਸਮੇਂ ਦੇ ਵਿੱਚ ਮਨੁੱਖ ਨੇ ਧਰਮ ਦੀ ਵਿਆਖਿਆ ਉਸ ਤਰ੍ਹਾਂ ਦੀ ਕਰ ਦਿੱਤੀ ਜਿਵੇਂ ਦੀ ਉਹਨੂੰ ਚੰਗੀ ਲੱਗਦੀ ਹੈ। ਹੋਣਾ ਕੀ ਸੀ ਭਈ ਆਪਾਂ ਆਪਣੇ ਆਪ ਨੂੰ ਗੁਰੂ ਦੇ ਧਰਮ ਦੇ ਅਨੁਸਾਰ ਹੀ ਬਣਾਉਣਾ ਸੀ, ਪਰ ਦਲੀਲਾਂ ਪਹਿਲਾਂ ਇੰਨੀਆਂ ਹੋ ਗਈਆਂ, ਉਹ ਸਿੱਧ ਕਰ ਦਿੰਦਾ ਵੀ ਮੈਂ ਠੀਕ ਹਾਂ, ਵੀ ਜਿਵੇਂ ਦਾ ਮੈਨੂੰ ਚੰਗਾ ਲੱਗਦਾ ਮੈਂ ਸਹੀ ਕਹਿ ਰਿਹਾ। ਬਾਣੀ ਆਪਾਂ ਕਿਸੇ ਵੇਲੇ ਵੀ ਪੜ੍ਹ ਸਕਦੇ ਹਾਂ, ਨਾਮ ਕਿਸੇ ਵੇਲੇ ਵੀ ਜਪ ਸਕਦੇ ਹਾਂ, ਪਰ ਸਾਧ ਸੰਗਤ ਦੀ ਤੇ ਅੰਮ੍ਰਿਤ ਵੇਲੇ ਦੀ ਆਪਣੀ ਮਹਾਨਤਾ ਹੈ। ਇਸ ਗੱਲ ਦਾ ਧਿਆਨ ਰੱਖਣਾ। ਹਰ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹਿ ਨਿਖੁਟੈ ਨਾਈ। ਅੰਮ੍ਰਿਤ ਵੇਲਾ ਇਸ ਤਰ੍ਹਾਂ ਜਿਵੇਂ ਵੱਤਰ ਹੋਏ ਜ਼ਮੀਨ ਦਾ, ਉਹਦੀ ਸੰਭਾਲ ਕਰਨੀ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਇੱਕ ਦਿਨ ਉਹ ਆਇਆ, ਫਿਰ ਜਦੋਂ ਤਖਤ ਦੇ ਦਿੱਤਾ, ਜਿਹੜੀ ਕਸਵੱਟੀ ਸੀ ਜਿਹੜੇ ਭਾਈ ਰਾਮਾ ਜੀ ਉਹਦੇ ਵਿੱਚੋਂ ਪਾਸ ਨਾ ਹੋ ਸਕੇ, ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੀ ਜਿਹੜੀ ਹਯਾਤੀ ਜਿਹੜੀ ਉਮਰ, ਜਦੋਂ ਤੀਜੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਆ ਗਏ, ਫਿਰ ਜਿਹੜਾ ਸਮਾਂ ਉਹ ਸੇਵਾ ਤੇ ਸਿਮਰਨ ਦੇ ਵਿੱਚ ਹੀ ਬੀਤਿਆ ਹੈ। ਇਸ ਲਈ ਭੱਟ ਸਾਹਿਬਾਨ ਨੇ ਕਹਿੰਦੇ ਨੇ, ਜਿਹੜਾ ਇਹ ਰਾਜ ਹੈ ਇਹ ਅਟਲ ਰਾਜ ਹੈ। ਇਸ ਰਾਜ ਦੇ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਹੈ ਵੀ ਕਿੰਨੇ ਸੇਵਾ ਵੱਧ ਕੀਤੀ ਹੈ, ਕਿੰਨੇ ਘੱਟ ਕੀਤੀ ਹੈ, ਕਿੰਨੇ ਨਾਮ ਵੱਧ ਜਪਿਆ, ਕਿਸ ਨੇ ਘੱਟ ਜਪਿਆ। ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਜਿਹੜਾ ਆ ਗਿਆ, ਤੁਸੀਂ ਉਹਦੀ ਕਾਮਨਾ ਪੂਰੀ ਕੀਤੀ। ਰਾਜ ਜੋਗ ਤਖਤ ਦਿਆ ਨਾ ਗੁਰ ਰਾਮਦਾਸ। ਗੁਰੂ ਅਮਰਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਇਹ ਬਖਸ਼ਿਸ਼ ਕੀਤੀ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖਿਆ ਜਨ ਕੀਓ ਪ੍ਰਗਾਸ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਪ੍ਰਥਮੇ ਪਹਿਲੇ ਪਹਿਲ ਇਸ ਸੰਸਾਰ ਦਾ ਪਾਰ ਉਤਾਰਾ ਕਰਨ ਵਾਸਤੇ, ਨਰਾਂ ਦਾ ਪਾਰ ਉਤਾਰਾ ਕਰਨ ਵਾਸਤੇ ਮਹਾਰਾਜ ਜੀ ਨੇ ਕਿਰਪਾ ਕੀਤੀ, ਸੰਸਾਰ ਨੂੰ ਨਾਮ ਨਾਲ ਜੋੜਿਆ। ਭਾਈ ਗੁਰਦਾਸ ਜੀ ਦੇ ਬਚਨ ਨੇ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ।
ਕਿ ਉਹ ਸਮਾਂ ਕਿਵੇਂ ਦਾ ਸੀ। ਜਿਹੜਾ ਧਾਰਮਿਕ ਮਨੁੱਖ ਹੈ ਉਹਦੇ ਕੋਲ ਧਰਮ ਨਹੀਂ ਰਹਿ ਗਿਆ, ਭਾਵੇਂ ਉਹ ਸਿੱਧ ਨੇ, ਜੋਗੀ ਨੇ, ਕਾਜੀ ਨੇ, ਕਿੰਨੇ ਦਵਾਦਸ਼ ਮਾਰਗ ਜੋਗੇ, ਭਾਉ ਭਗਤ ਬਿਨ ਭਏ ਬਿਹੋਗੇ। ਤੇ ਜਿਹੜਾ ਰਾਜਾ ਹੈ ਜਿਹਨੇ ਪ੍ਰਜਾ ਦੀ ਰਾਖੀ ਕਰਨੀ ਹੈ, ਉਲਟੀ ਵਾੜ ਖੇਤ ਕੋ ਖਾਏ, ਉਹ ਪ੍ਰਜਾ ਨੂੰ ਖਾਣ ਤੇ ਤੁਲ ਗਿਆ ਵੀ ਮੈਂ ਪ੍ਰਜਾ ਨੂੰ ਵੱਧ ਤੋਂ ਵੱਧ ਦੁਖੀ ਕਿਵੇਂ ਕਰਨਾ ਹੈ। ਮਹਾਰਾਜ ਜੀ ਨੇ ਤਾਂ ਹੀ ਕਹਿ ਦਿੱਤਾ ਸੀ ਨਾ, ਬਾਬਰ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਬੜੀ ਵੱਡੀ ਗੱਲ ਹੈ ਸਮੇਂ ਦਾ ਬਾਦਸ਼ਾਹ ਹੋਏ ਤੇ ਉਹਨੂੰ ਐਡੀ ਗੱਲ ਕਰਦੇ ਨਹੀਂ। ਅੱਜ ਜਿਹਨੂੰ 4 ਜਣੇ ਨਮਸਕਾਰਾਂ ਕਰਦੇ ਨੇ, ਬੰਦਾ ਨਾਲ ਹੋ ਕੇ ਤੁਰਦਾ ਹੈ ਤੇ ਕੋਈ ਕਵੇ ਇਹਦੀ ਬੜੀ ਪਹੁੰਚ ਹੈ, ਪਰ ਮਹਾਰਾਜ ਜੀ ਤੋਂ ਬਲਿਹਾਰ ਜਾਈਏ। ਸਮੇਂ ਦਾ ਬਾਦਸ਼ਾਹ ਹੋਏ ਤੇ ਉਹਨੂੰ ਕਹਿ ਦੇਣਾ ਵੀ ਤੂੰ ਬੰਦਾ ਬੁੰਦਾ ਕੋਈ ਨਹੀਂ, ਤੇਰੇ ਕਰਮ ਚੱਜਦੇ ਨਹੀਂ। ਜਿਹੜੇ ਕਰਮ ਰਾਜੇ ਦੇ ਨੇ ਤੇਰੇ ਉਹ ਕਰਮ ਰਾਜਿਆਂ ਵਾਲੇ ਨਹੀਂ। ਰਾਜੇ ਦਾ ਜਿਹੜਾ ਕਰਮ ਹੈ, ਉਸ ਰਾਜ ਦੇ ਵਿੱਚ ਜਿਹੜੀ ਪ੍ਰਜਾ ਹੈ ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਨਾ ਹੋਏ, ਹਰ ਕੋਈ ਸੁੱਖ ਦੇ ਵਿੱਚ ਰਹੇ। ਤਾਂ ਜਿੱਥੇ ਧਾਰਮਿਕ ਮਨੁੱਖਾਂ ਦੀ ਗੱਲ ਕੀਤੀ, ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਭਾਵੇਂ ਉਹ ਕਾਜੀ ਹੈ, ਉਹ ਜੋਗੀ ਹੈ, ਜਿਹੜਾ ਧਰਮੀ ਮਨੁੱਖ ਹੈ ਉਹਦੇ ਕੋਲ ਧਰਮ ਤੇ ਰਹਿ ਨਹੀਂ ਗਿਆ। ਜਿਹੜਾ ਕਾਜੀ ਆਪਾਂ ਕਹਿੰਦੇ ਆ ਸਾਧ ਸੰਗਤ ਜੀਓ, ਅਰਬੀ ਭਾਸ਼ਾ ਦਾ ਲਫ਼ਜ਼ ਹੈ ਕਜ਼ਾ, ਤੇ ਕਜ਼ਾ ਕਹਿੰਦੇ ਨੇ ਨਿਆਂ ਨੂੰ, ਇਨਸਾਫ, ਜਸਟਿਸ। ਸਭ ਤੋਂ ਪਹਿਲੇ ਪਹਿਲ ਜਿਵੇਂ ਹੁਣ 2021 ਹੈ, ਜਦੋਂ 634 ਸੀ, 634 ਤੋਂ ਲੈ ਕੇ 44 ਤੱਕ ਇਸਲਾਮ ਦਾ ਇੱਕ ਬਾਦਸ਼ਾਹ ਨੇ 10 ਸਾਲ ਰਾਜ ਕੀਤਾ, ਹਜ਼ਰਤ ਮੁਹੰਮਦ। ਉਹਨੇ ਆਪਣੇ ਸਮੇਂ ਦੇ ਵਿੱਚ ਕੁਝ ਕਾਜੀ ਨਾਲ ਨਿਆਂਦਕਾਰੀ ਨਿਯੁਕਤ ਕੀਤੇ ਵੀ ਤੁਹਾਡਾ ਇਹ ਕੰਮ ਹੋਏਗਾ। ਇਸਲਾਮ ਦਾ ਦਾਇਰਾ ਵਧਣ ਕਰਕੇ ਇਕੱਲੇ ਨੂੰ ਕੰਮਕਾਰ ਸੰਭਾਲਣਾ ਔਖਾ ਹੋ ਗਿਆ। ਤੁਹਾਡਾ ਇਹ ਕੰਮ ਹੋਏਗਾ, ਜਿਵੇਂ ਤਰ੍ਹਾਂ ਤਰ੍ਹਾਂ ਦੇ ਮਸਲੇ ਆਉਂਦੇ ਨੇ, ਤੁਸੀਂ ਇਹ ਦੱਸਣਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ, ਸਜ਼ਾ ਕੀ ਦੇਣੀ ਹੈ, ਉਹਦਾ ਫੈਸਲਾ ਮੈਂ ਆਪ ਕਰਾਂਗਾ। ਨਿਆਂ ਕਰਦੇ ਸਮੇਂ ਪੱਖਪਾਤ ਨਹੀਂ ਕਰਨਾ ਵੀ ਮੇਰਾ ਬੰਦਾ ਆਪਣਾ ਤੇ ਮੈਂ ਝੂਠੇ ਨੂੰ ਸੱਚਾ ਕਰ ਦਿਆਂ, ਇਹ ਕੰਮ ਨਹੀਂ ਕਰਨਾ। ਇਹ ਕਾਜ਼ੀਆਂ ਨੂੰ ਹਦਾਇਤਾਂ ਸਨ। ਪਰ ਸਮੇਂ ਸਮੇਂ ਦੇ ਨਾਲ ਜਿਹੜਾ ਕਾਜੀ ਸੀ ਉਹ ਸਾਰਾ ਕੁਝ ਹੀ ਆਪਣੇ ਕੋਲ ਲੈ ਗਿਆ। ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੁੰਦੀਆਂ ਨੇ, ਅਮਰ ਸ਼ਹੀਦ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਕਾਜੀ ਦਾ ਕੰਮ ਫਤਵਾ ਸੁਣਾਉਣਾ ਥੋੜਾ ਸੀ ਇਸਲਾਮ ਦੇ ਕਾਨੂੰਨ ਮੁਤਾਬਿਕ। ਵੈਸੇ ਵੀ ਸ਼ੀਰਖੋਰ ਬੱਚੇ, ਉਹਨਾਂ ਨੂੰ ਸ਼ਹੀਦ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ, ਇਸਲਾਮ ਕਹਿੰਦਾ ਹੈ। ਪਰ ਕਾਜੀ ਦਾ ਕੰਮ ਇੰਨਾ ਕੁ ਸੀ, ਉਹਨੇ ਦੱਸਣਾ ਸੀ ਵੀ ਇਹ ਸੱਚੇ ਨੇ ਕਿ ਝੂਠੇ ਨੇ, ਇਹਨਾਂ ਦਾ ਗੁਨਾਹ ਹੈ ਕਿ ਨਹੀਂ ਹੈ। ਪਰ ਫਿਰ ਫਤਵੇ ਵੀ ਜਾਰੀ ਕਰਦੇ, ਉਹ ਸਾਰਾ ਕੁਝ ਆਪਣੇ ਹਵਾਲੇ ਕਰ ਗਿਆ। ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਨਾਮ ਦਾ ਉਪਦੇਸ਼ ਕੀਤਾ ਤੇ ਸੰਸਾਰ ਦਾ ਪਾਰ ਉਤਾਰਾ ਕੀਤਾ। ਭੱਟ ਸਾਹਿਬਾਨ ਨੇ ਕਿਰਪਾ ਕਰਦੇ ਨੇ, ਪ੍ਰਥਮੇ ਨਾਨਕ ਚੰਦ, ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਨੁੱਖਾਂ ਨੂੰ ਤਾਰਨ ਵਾਸਤੇ, ਸੰਸਾਰ ਦੇ ਭਲੇ ਦੇ ਲਈ ਨਾਮ ਦਾ ਉਪਦੇਸ਼ ਕੀਤਾ। ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਜਿਹੜਾ ਸਮਾਜ ਹੈ, ਜਿਹੜੀ ਇਹ ਧਰਤੀ ਹੈ, ਇਹਦੇ ਹਾਲਾਤ ਕੀ ਸਨ? ਸਮਾਜ ਜਾਤ ਪਾਤ, ਤੇਰ ਮੇਰ, ਭੇਦਭਾਵ ਵਿੱਚ ਵੰਡਿਆ ਹੋਇਆ ਸੀ। ਜਿਹੜਾ ਕੋਈ ਜਿਹਨੂੰ ਸ਼ੂਦਰ ਕਹਿ ਦਿੱਤਾ ਜਾਂਦਾ ਸੀ, ਉਸ ਸਮੇਂ ਤੇ ਗਲੀਆਂ ਕੱਚੀਆਂ ਹੁੰਦੀਆਂ ਸਨ। ਜਿੰਨੇ ਨੀਵੀਂ ਜਾਤ ਦੇ ਨੇ ਗਲੀ ਚੋਂ ਲੰਘਣਾ ਹੁੰਦਾ ਸੀ, ਉਹਨੂੰ ਸਾਧ ਸੰਗਤ ਜੀ ਉਹ ਲੱਕ ਨਾਲ ਮੋਢਾ ਬਣ ਕੇ ਤੁਰਦਾ ਹੁੰਦਾ ਸੀ, ਜਿਵੇਂ ਦਰਖਤ ਦਾ ਟਾਣ ਕਹਿ ਲਈਏ ਥੋੜਾ ਜਿਹਾ। ਉਹਦਾ ਕਾਰਨ ਵੀ ਗਲੀਆਂ ਕੱਚੀਆਂ ਨੇ ਤੇ ਇਹਨੇ ਤੁਰਨਾ, ਇਹਦੇ ਪੈਰਾਂ ਦੇ ਨਿਸ਼ਾਨ ਤੇ ਹੋਣਗੇ। ਜਿੱਥੇ ਇਹਦਾ ਪੈਰ ਲੱਗਾ ਹੈ, ਕਿਤੇ ਉੱਥੇ ਬ੍ਰਾਹਮਣ ਦਾ ਪੈਰ ਨਾ ਰੱਖਿਆ ਜਾਏ, ਮਤੇ ਬ੍ਰਾਹਮਣ ਪਿੱਟਿਆ ਜਾਏ। ਤੇ ਜਦੋਂ ਮੋਢਾ ਲੱਕ ਨਾਲ ਬੱਧਾ ਹੈ, ਨਾਲ ਨਾਲ ਜਿਹੜੇ ਪੈਰਾਂ ਦੇ ਨਿਸ਼ਾਨ ਉਹ ਮਿਟਦੇ ਜਾਣਗੇ, ਸਾਫ਼ ਹੁੰਦੇ ਜਾਣਗੇ। ਬਲਿਹਾਰ ਜਾਈਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਤੋਂ, ਜਿਨ੍ਹਾਂ ਦੇ ਸਮਾਜ ਦੀਆਂ ਜਿਹੜੀਆਂ ਬੁਰਾਈਆਂ ਸਨ ਉਹਨਾਂ ਦਾ ਖੰਡਨ ਕੀਤਾ, ਉਹਨਾਂ ਨੂੰ ਦੂਰ ਕੀਤਾ, ਵਹਿਮਾਂ ਭਰਮਾਂ ਵਿੱਚੋਂ ਲੁਕਾਈ ਨੂੰ ਕੱਢ ਕੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਿਆ। ਭਾਈ ਗੁਰਦਾਸ ਜੀ ਦੇ ਬਚਨ ਨੇ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਤੋਂ ਭਾਵ ਕਿ
ਜਿਹਦੇ ਵਿੱਚ ਮੈਲ ਨਹੀਂ, ਜਿਹੜਾ ਸਾਫ ਸੁਥਰਾ ਹੈ। ਸਭ ਸਤਿਕਾਰਯੋਗ ਨੇ ਜੋ ਕੋਈ ਕਿਸੇ ਨੂੰ ਮੰਨਦਾ ਹੈ, ਪਰ ਧੁੱਪੇ ਕੱਪੜਿਆਂ ਦੀ ਲੋੜ ਉਦੋਂ ਪੈਂਦੀ ਜਦੋਂ ਪਹਿਲੇ ਮੈਲੇ ਹੋ ਜਾਣ। ਜੇਕਰ ਜਿਹੜਾ ਵਸਤਰ ਪਾਇਆ ਉਹ ਸਵੱਛ ਹੈ, ਉਹ ਸਾਫ ਸੁਥਰਾ ਹੈ, ਤੇ ਧੁੱਪੇ ਦੀ ਲੋੜ ਨਹੀਂ ਪੈਗੀ। ਧੁੱਪੇ ਹੋਏ ਵਸਤਰਾਂ ਦੀ ਲੋੜ ਉਦੋਂ ਪੈਂਦੀ ਹੈ ਜਿਹੜਾ ਆਪਾਂ ਪਹਿਲਾਂ ਪਾਇਆ ਜਦੋਂ ਉਹ ਮੈਲਾ ਹੋ ਗਿਆ। ਤਾਂ ਕਹਿਣ ਤੋਂ ਭਾਵ ਸਮਾਜ ਦੇ ਵਿੱਚ ਹੈ ਤੇ ਬਹੁਤ ਕੁਝ ਸੀ, ਪਰ ਉਹ ਸਾਰਾ ਕੁਝ ਵੰਡਿਆ ਹੋਇਆ ਸੀ। ਮਹਾਰਾਜ ਜੀ ਨੇ ਇਹਨਾਂ ਨੂੰ ਦੂਰ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਿਆ, ਪਰ ਸੰਸਾਰ ਫਿਰ ਭੁੱਲ ਗਿਆ। ਕਬੀਰ ਸਾਹਿਬ ਦੇ ਬਚਨ ਨੇ, ਕਬੀਰ ਹਰਿ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ, ਸਰਪਣ ਹੋਏ ਕਾ ਉਤਰੈ ਜਾਏ ਆਪਣੇ ਖਾਏ। ਕੀ ਹੋ ਰਿਹਾ ਸਮਾਜ ਵਿੱਚ? ਮਹਾਰਾਜ ਜੀ ਨੇ ਤੇ ਸਾਨੂੰ ਇਹਨਾਂ ਚੱਕਰਾਂ ਵਿੱਚੋਂ ਕੱਢਿਆ ਸੀ, ਪਰ ਸੰਸਾਰ ਫਿਰ ਉਹਨਾਂ ਭਰਮਾਂ ਵਿੱਚ ਪੈ ਗਿਆ ਵੀ ਤੂੰ ਕਿਸੇ ਦਾ ਇੰਜ ਕਰ ਦੇ ਤੇ ਤੇਰਾ ਫਿਰ ਇਹ ਕੰਮ ਸੌਰ ਜਾਏਗਾ। ਇੱਕ ਗੱਲ ਪੱਲੇ ਬੰਨ੍ਹ ਲੈਣੀ, ਕਿਸੇ ਦਾ ਬੁਰਾ ਕਰਕੇ ਆਪਣਾ ਭਲਾ ਹੋ ਜਾਏ, ਇਹ ਕਦੀ ਨਹੀਂ ਹੋ ਸਕਦਾ। ਕਬੀਰ ਸਾਹਿਬ ਬਚਨ ਕਰਦੇ ਨੇ, ਕੋਈ ਰਾਤ ਨੂੰ ਚਰਸਤਿਆਂ ਵਿੱਚ ਫਿਰਦਾ, ਕੋਈ ਚੌਂਕਾਂ ਵਿੱਚ ਫਿਰਦਾ, ਕੋਈ ਕਿਤੇ ਮਾੜੇ ਕਰਮ ਕਰ ਰਿਹਾ। ਕਿਸੇ ਨੇ ਕਹਿ ਦਿੱਤਾ ਵੀ ਲੈ ਤੈਨੂੰ ਆਹ ਚੀਜ਼ ਦੇਨੇ ਆ, ਇਹ ਚਰਸਤੇ ਵਿੱਚ ਰੱਖ ਦੇ, ਜਿਹੜਾ ਪਹਿਲਾਂ ਦੇ ਉੱਤੋਂ ਲੰਘ ਜਾਏਗਾ ਉਹਦਾ ਨੁਕਸਾਨ ਹੋ ਜਾਏਗਾ, ਤੇਰਾ ਭਲਾ ਹੋ ਜਾਏਗਾ। ਕਿ ਸਾਨੂੰ ਗੁਰਮਤਿ ਨੇ ਗੱਲਾਂ ਸਿਖਾਈਆਂ ਨੇ, ਕਿ ਸਾਨੂੰ ਗੁਰੂ ਨੇ ਕਿਹਾ ਐਸੇ ਕੰਮ ਕਰਨ ਵਾਸਤੇ। ਕੰਮ ਕਰ ਨਹੀਂ ਚੱਲਦਾ ਜੀ, ਫਲਾਣੇ ਥਾਂ ਤੇ ਜਾਓ, ਉੱਥੇ ਆ ਕੁਛ ਮਿਲਦਾ ਹੈ, ਇੰਨਾ ਸਮਾਂ ਇਸ ਤਰ੍ਹਾਂ ਕਰਨਾ ਹੈ, ਕਾਰੋਬਾਰ ਵਧੀਆ ਚੱਲ ਜਾਏਗਾ। ਮਹਾਰਾਜ ਦੇ ਬਚਨ ਨੇ, ਉਦਮ ਕਰੇਂਦਿਆਂ ਜਿਉ ਕਮਾਵਦਿਆਂ ਤੂੰ ਸੁਖ ਪੁੰਚ। ਉਦਮ ਨਾ ਕਰੇਗਾ ਤੇ ਪ੍ਰਸ਼ਾਦਾ ਥਾਲੀ ਵਿੱਚ ਅੱਗੇ ਪਿਆ ਰਹੇਗਾ, ਗਰਾਈ ਆਪਣੇ ਆਪ ਮੁੱਚ ਨਹੀਂ ਪੈ ਜਾਣੀ। ਇੰਨੀ ਕੁ ਹਿੰਮਤ ਤੈਨੂੰ ਕਰਨੀ ਪੈਣੀ ਹੈ। ਇਸ ਲਈ ਜਿਹੜੇ ਕੰਮਾਂ ਵਿੱਚੋਂ ਸਾਨੂੰ ਸਤਿਗੁਰਾਂ ਨੇ ਕੱਢਿਆ ਸੀ, ਅਸੀਂ ਮੁੜ ਫਿਰ ਉਹਨਾਂ ਕਰਮਾਂ ਵਿੱਚ ਪੈ ਗਏ। ਉਹਦਾ ਸਭ ਤੋਂ ਵੱਡਾ ਕਾਰਨ ਆਪਾਂ ਗੁਰੂ ਵਾਲੇ ਪਾਸਿਓਂ, ਗੁਰਮਤਿ ਵਾਲੇ ਪਾਸੇ ਤੋਂ ਅਵੇਸਲੇ ਹੋ ਗਏ। ਆਪਾਂ ਆਪਣੇ ਆਪ ਨੂੰ ਗੁਰੂ ਦੇ ਸੰਪਰਕ ਦੇ ਵਿੱਚ ਲੈ ਕੇ ਹੀ ਨਹੀਂ ਨਾ ਆਏ। ਇੱਕ ਪੱਖਾ ਹੈ, ਲਾਈਟ ਹੈ, ਕੋਈ ਬਿਜਲੀ ਵਾਲੀ ਚੀਜ਼ ਹੈ, ਉਹ ਤਾਂ ਹੀ ਉਹਦਾ ਫਾਇਦਾ ਨਾ ਜੇ ਉਹਨੂੰ ਲਾਈਟ ਮਿਲੇਗੀ। ਤੇ ਜੇ ਆਪਾਂ ਕਨੈਕਸ਼ਨ ਜੋੜਾਂਗੇ ਹੀ ਨਾ, ਤੇ ਫਿਰ ਭਾਵੇਂ ਉਹ ਲੱਖਾਂ ਦੀ, ਉਹ ਕਿਸੇ ਕੰਮ ਦੇ ਨਹੀਂ। ਇਹ ਮਨੁੱਖਾ ਦੇਈ ਇਹ ਸਮਾਂ ਹੈ ਤੇ ਬੜਾ ਵਡਮੁੱਲਾ, ਅਣਮੁੱਲਾ, ਬੜਾ ਕੀਮਤੀ ਹੈ, ਪਰ ਆਪਾਂ ਆਪਣੇ ਆਪ ਨੂੰ ਗੁਰੂ ਨਾਲ ਜੋੜਿਆ ਹੀ ਨਹੀਂ। ਆਪਾਂ ਗੁਰੂ ਦੇ ਉਪਦੇਸ਼ ਨਾਲ ਖੁਦ ਨੂੰ ਜੋੜਿਆ ਹੀ ਨਹੀਂ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਾਹਿਬ ਸਭ ਤੋਂ ਵੱਧ ਧਾਰਮਿਕ ਸਥਾਨਾਂ ਤੇ ਗਏ। ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਵੇਖਣੇ ਆ, ਜਿੰਨਾ ਸਤਿਗੁਰੂ ਧਾਰਮਿਕ ਸਥਾਨਾਂ ਤੇ ਗਏ ਨੇ, ਇਹਨਾਂ ਰਾਜੇ ਮਹਾਰਾਜਿਆਂ ਕੋਲ ਤੇ ਆਮ ਗ੍ਰਸਤੀ ਬੰਦਿਆਂ ਕੋਲ ਨਹੀਂ ਗਏ। ਸਾਨੂੰ ਐਵੇਂ ਲੱਗਦਾ ਹੈ ਸਤਿਗੁਰਾਂ ਨੇ ਕਿਸੇ ਦੀ ਮਰਿਆਦਾ ਦਾ ਖੰਡਨ ਕੀਤਾ, ਵੀ ਕੋਈ ਪਾਣੀ ਕਿਸੇ ਪਾਸੇ ਦੇ ਰਿਹਾ ਸੀ, ਮਹਾਰਾਜ ਕਿਸੇ ਪਾਸੇ ਦੇਣ ਲੱਗ ਗਏ, ਕਿਤੇ ਜਾ ਕੇ ਸਤਿਗੁਰਾਂ ਨੇ ਇਸ ਤਰ੍ਹਾਂ ਕਰ ਦਿੱਤਾ। ਨਹੀਂ, ਸਤਿਗੁਰਾਂ ਨੇ ਇੱਕੋ ਕਿਰਪਾ ਕੀਤੀ ਹੈ। ਨਹੀਂ ਤਾਂ ਭਾਵੇਂ ਨਾ ਸਮਝ ਲੈਣਾ ਵੀ ਮਹਾਰਾਜ ਦਾ ਇੱਕ ਤਰੀਕਾ ਸੀ, ਜੇਕਰ ਉਹ ਪਾਣੀ ਹੋਰ ਪਾਸੇ ਦੇ ਰਹੇ ਨੇ, ਮਹਾਰਾਜ ਦੂਜੇ ਪਾਸੇ, ਸਤਿਗੁਰਾਂ ਦਾ ਤਰੀਕਾ ਸੀ ਵੀ ਇਹਨਾਂ ਨੂੰ ਉਪਦੇਸ਼ ਕਿਵੇਂ ਕਰਨਾ ਹੈ, ਇਹਨਾਂ ਨੂੰ ਰਾਹ ਤੇ ਕਿਵੇਂ ਤੋਰਨਾ ਹੈ। ਉਹ ਜਿਹੜਾ ਉਪਦੇਸ਼, ਉਹ ਜਿਹੜਾ ਤਰੀਕਾ ਸੀ, ਉਹ ਇਹ ਸੀ, ਜਿਹੜਾ ਕੰਮ ਕੋਈ ਕਰਦਾ ਸੀ ਨਾ, ਮਹਾਰਾਜ ਉਹਦੇ ਕੰਮ ਦੀ ਉਦਾਹਰਣ ਦੇ ਕੇ ਤੇ ਉਹਨੂੰ ਰੱਬ ਨਾਲ ਜੋੜ ਦਿੰਦੇ ਸਨ। ਅੱਜ ਗਿਆਨ ਤੇ ਬਹੁਤ ਹੈ, ਪਰ ਬਹੁਤਾਤ ਐਸਾ ਵੀ ਉਹ ਸਿਰ ਤੋਂ ਹੀ ਲੰਘ ਜਾਂਦਾ, ਪਤਾ ਹੀ ਨਹੀਂ ਲੱਗਦਾ, ਵੀ ਸਮਝ ਨਹੀਂ ਆਉਂਦੀ ਗੱਲ ਕੀ ਸੀ। ਜੇ ਮਹਾਰਾਜ ਵਾਈ ਖੇਤੀ ਵਾਲੇ ਕੋਲ ਗਏ, ਮਨਹਾਲੀ ਕਿਰਸਾਣੀ ਕਰਨੀ, ਉੱਥੇ ਉਦਾਹਰਣ ਦੇ ਦਿੱਤੀ। ਜੇਕਰ ਦੁਕਾਨਦਾਰ ਕੋਲ ਗਏ ਤੇ ਹਾਣ ਹਟ ਕਰ ਅਰਜਾਂ, ਉੱਥੇ ਵਟਿਆ ਤਰਕੜੀ ਤੇ ਹੱਟੀ ਦੀ ਉਦਾਹਰਣ ਦੇ ਦਿੱਤੀ। ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਸਭ ਤੋਂ ਵੱਧ ਧਰਮੀ ਬੰਦਿਆਂ ਕੋਲ ਤੇ ਧਾਰਮਿਕ ਸਥਾਨਾਂ ਤੇ ਗਏ ਨੇ। ਉਹਦਾ ਕਾਰਨ ਇਹ ਸੀ ਭਈ ਜੇ ਤੂੰ ਧਰਮੀ ਹੈ ਤੇ ਧਰਮੀ ਸੱਚਾ ਬਣ ਜਾ, ਵਿਖਾਵਾ ਨਾ ਕਰ। ਭਾਈ ਸੱਜਣ ਜੀ ਕਿਹੜੇ ਕਰਮ ਕਰ ਰਹੇ ਸਨ, ਉਹਨਾਂ ਨੂੰ ਦੱਸਿਆ ਭਈ ਆਹ ਜਿਹੜਾ ਕਰਮ ਹੈ, ਨਾ ਤੇਰਾ ਕੀ ਹੈ ਤੇ ਤੇਰੇ ਕਰਮ ਕੀ ਨੇ। ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਕਿਉਂਕਿ ਧਰਮ ਦੀ ਦੁਨੀਆ ਦੇ ਵਿੱਚ ਭਰੋਸਾ ਬੜੀ ਛੇਤੀ ਹੈ,
ਉਹ ਭਰੋਸੇ ਦਾ ਕੋਈ ਗਲਤ ਫਾਇਦਾ ਵੀ ਚੁੱਕ ਸਕਦਾ ਹੈ। ਮਹਾਰਾਜ ਜੀ ਨੇ ਕਿਰਪਾ ਕੀਤੀ, ਨਹੀਂ, ਜੇਕਰ ਤੂੰ ਪਹਿਰਾਵਾ ਧਰਮ ਦਾ ਪਾਇਆ ਹੈ ਤੇ ਫਿਰ ਧਰਮੀ ਸੱਚਾ ਬਣ ਜਾ, ਤਾਂ ਇਹਦਾ ਲਾਹਾ ਹੈ। ਤਾਂ ਸਤਿਗੁਰਾਂ ਨੇ ਲੋਕਾਈ ਤੇ ਕਿਰਪਾ ਕੀਤੀ, ਕਲਯੁਗ ਬਾਬੇ ਤਾਰਿਆ, ਸਤਿਨਾਮ ਪੜ੍ਹ ਮੰਤਰ ਸੁਣਾਇਆ। ਗੁਰਸਿੱਖ ਦੇ ਲਈ ਨਮੋ ਮੰਤਰ ਮੰਤਰੇ, ਸਭ ਤੋਂ ਵੱਡਾ ਮੰਤਰ ਹੈ ਵਾਹਿਗੁਰੂ ਗੁਰੂ ਮੰਤਰ ਹੈ, ਜਪ ਹਉਮੈ ਖੋਈ। ਸਤਿਨਾਮ ਵਾਹਿਗੁਰੂ ਦਾ ਜਾਪ ਕਰੇ, ਸਿਮਰਨ ਕਰੇ, ਬਾਣੀ ਪੜ੍ਹੇ। ਜੇਕਰ ਉਹ ਨਹੀਂ ਕਰਦਾ ਤੇ ਫਿਰ ਜਿੱਥੇ ਮਰਜ਼ੀ ਭੱਜ ਲਵੇ। ਜਿਹਨੂੰ ਬਾਬੇ ਨਾਨਕ ਦੇ ਘਰੋਂ ਸੁੱਖ ਨਹੀਂ ਨਾ ਮਿਲਿਆ, ਉਹ ਵਰਕਾ ਪਾੜਦਾ ਵੀ ਕਿਸੇ ਹੋਰ ਥਾਂ ਤੋਂ ਮਿਲ ਜਾਏਗਾ। ਇਸ ਲਈ ਭਰੋਸੇ ਦੇ ਨਾਲ ਉਹ ਨਾਮ ਜਪੇ। ਸਤਿਗੁਰਾਂ ਨੇ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕੀਤਾ, ਨਾਮ ਦਾ ਉਪਦੇਸ਼ ਕੀਤਾ। ਗੁਰ ਅੰਗਦ ਦਿਓ ਨਿਦਾਨ, ਅਕਥ ਕਥਾ ਗਿਆਨ, ਪੰਚ ਭੂਤ ਬਸ ਕੀਨੇ, ਜਮਤ ਨਾ ਤਰਾਸ। ਅਗਾ ਸਾਹਿਬ ਇਹ ਕਿਰਪਾ ਕਰਦੇ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਫਿਰ ਜਿਹੜਾ ਨਿਧਾਨ, ਜਿਹੜਾ ਖਜ਼ਾਨਾ ਸੀ ਗੁਰਬਾਣੀ ਦਾ, ਉਹਨੂੰ ਸੰਭਾਲਿਆ ਵੀ ਤੇ ਪਰਮੇਸ਼ਰ ਦੀ ਅਕਥ ਕਥਾ ਦੇ ਨਾਲ ਸੰਸਾਰ ਨੂੰ ਜੋੜਿਆ ਤੇ ਉਪਦੇਸ਼ ਕੀਤਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਚ ਭੂਤ ਬਸ ਕੀਨੇ, ਜਮਤ ਨਾ ਤਰਾਸ। ਇਹਨਾਂ ਨੂੰ ਵਸ ਦੇ ਵਿੱਚ ਕੀਤਾ। ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕੀਨੇ ਸਭੈ ਬਲ। ਹੈ ਤੇ ਬੜੇ ਬਲ ਵਾਲੇ ਨੇ, ਬੜੀ ਤਾਕਤ ਵਾਲੇ ਨੇ, ਪਰ ਇਹਨਾਂ ਨੂੰ ਵਸ ਦੇ ਵਿੱਚ ਕਰਨਾ, ਇਹਨਾਂ ਨੂੰ ਕਾਬੂ ਦੇ ਵਿੱਚ ਰੱਖਣਾ। ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ, ਅਗਨ ਦੇਖਤ ਗਤ ਚਰਨ ਕਵਲ ਜਾਸ। ਜਿਹੜੇ ਅਗ ਕਹਿੰਦੇ ਪਾਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਇਹ ਜਿਹੜੇ ਵਿਸ਼ੇ ਵਿਕਾਰ ਨੇ, ਅਗਿਆਨਤਾ ਨੇ, ਇਹ ਮਨੁੱਖ ਦੀ ਪੱਤ ਨਹੀਂ ਰਹਿਣ ਦਿੰਦੇ। ਅਗਿਆਨਤਾ ਦੇ ਵਸ ਹੋ ਕੇ ਮਨੁੱਖ ਕੋਈ ਮਾੜਾ ਕਰਮ ਕਰ ਬੈਂਦਾ, ਉਹਦੀ ਪੱਤ ਰੁਲ ਜਾਂਦੀ ਹੈ। ਮਹਾਰਾਜ ਜੀ ਨੇ ਕਿਰਪਾ ਕੀਤੀ, ਨਾਮ ਦੇ ਨਾਲ ਜੁੜ ਕੇ ਤੇ ਇਹਨਾਂ ਨੂੰ ਵਸ ਵਿੱਚ ਕਰਕੇ ਫਿਰ ਉਹਦੇ ਘਰ ਦੇ ਵਿੱਚ ਪ੍ਰਵਾਨ ਹੋਈਦਾ। ਗੁਰੂ ਅਮਰਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਅਣਥੱਕ ਸੇਵਾ ਕੀਤੀ, ਸੰਸਾਰ ਦੀਆਂ ਗੱਲਾਂ ਵੀ ਉੱਥੇ ਸੁਣੀਆਂ। ਜਿਹਨੇ ਧਰਮ ਦੇ ਰਾਹ ਤੇ ਤੁਰਨਾ ਹੈ, ਸਭ ਤੋਂ ਪਹਿਲੀ ਗੱਲ ਉਹ ਇਹ ਸਮਝ ਲੈ ਵੀ ਸੰਸਾਰ ਨੇ ਗੱਲਾਂ ਬੜੀਆਂ ਕਰਨੀਆਂ ਨੇ, ਉਹਨਾਂ ਨੂੰ ਅਣਸੁਣੀਆਂ ਕਰੇਗਾ ਤੇ ਤਾਂ ਚੱਲੇਗਾ। ਕਿਉਂਕਿ ਮਹਾਰਾਜ ਨੂੰ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੂੰ ਸੰਸਾਰ ਨੇ ਨਹੀਂ ਬਖਸ਼ਿਆ। ਤੇ ਜਦੋਂ ਸੇਵਾ ਕਰਦੇ ਸਨ ਜਲਦੀ, ਰਾਤ ਦਾ ਅੰਮ੍ਰਿਤ ਵੇਲੇ ਦਾ ਸਮਾਂ ਜਦੋਂ ਠੁੱਡਾ ਲੱਗਾ ਤੇ ਜਿਨ੍ਹਾਂ ਦੇ ਘਰ ਆਵਾਜ਼ ਗਈ ਸੀ, ਉਸ ਜੁਲਾਏ ਦੇ ਘਰ ਵਾਲੀ ਨੇ ਕਹਿ ਦਿੱਤਾ ਸੀ, ਜਦੋਂ ਉਹਨੇ ਕਿਹਾ ਭਈ ਬਾਹਰ ਨਾ ਖੜਾਕ ਹੋਇਆ, ਆਵਾਜ਼ ਆਈ ਹੈ, ਤੇ ਉਹਨੇ ਕਹਿ ਦਿੱਤਾ ਸੀ, ਗੁਰੂ ਬਖਸ਼ ਲੈ, ਜਿਹੜਾ ਉਹਨੇ ਸ਼ਬਦ ਵਰਤਿਆ ਸੀ, ਮਹਾਰਾਜ ਨੂੰ ਨਥਾਵਾਂ ਕਿਹਾ ਸੀ ਉਹਨੇ ਵੀ ਇਹ ਨਥਾਵਾਂ ਹੋਣਾ, ਨਾ ਆਪ ਟਿਕਦਾ ਤੇ ਨਾ ਲੋਕਾਂ ਨੂੰ ਟਿਕਣ ਦਿੰਦਾ। ਤੇ ਮਹਾਰਾਜ ਨੇ ਸਹਿਜ ਸੁਭਾਏ ਬਚਨ ਕੀਤੇ ਸਨ, ਚੱਲੀਏ ਹੁਣ ਅਸੀਂ ਥਾਂ ਵਾਲੇ ਹੋ ਗਏ ਹਾਂ। ਉਹਨੂੰ ਚੱਲ ਪੈ ਗਿਆ, ਸ਼ਦੈਨ ਹੋ ਗਈ, ਕਮਲੀ ਹੋ ਗਈ। ਮਹਾਰਾਜ ਜੀ ਦੇ ਕੋਲ ਆਏ, ਆ ਕੇ ਖਿਮਾ ਮੰਗੀ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿਰਪਾ ਕਰਦੇ ਨੇ। ਇਹਨਾਂ ਵਿਸ਼ੇ ਵਿਕਾਰਾਂ, ਅਗਿਆਨਤਾ ਨੂੰ, ਇਹਨਾਂ ਨੂੰ ਇਸ ਤਰ੍ਹਾਂ ਵਸ ਦੇ ਵਿੱਚ ਕਰਕੇ ਫਿਰ ਉਹਦੇ ਘਰ ਦੇ ਵੱਲ ਤੁਰਨਾ ਹੈ। ਸਭ ਵਿਦ ਮਾਨਿਓ ਮਨ ਤਬੇ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਸਭ ਵਿਦ, ਜਦੋਂ ਮਹਾਰਾਜ ਜੀ ਨੂੰ ਗੁਰਿਆਈ ਦਿੱਤੀ, ਭੱਟ ਸਾਹਿਬਾਨ ਕਿਰਪਾ ਕਰਦੇ ਨੇ, ਮਨ ਦੇ ਵਿੱਚ ਰਤੀ ਭਰ ਵੀ ਕੋਈ ਐਵੇਂ ਦੀ ਗੱਲ ਨਹੀਂ ਸੀ ਰਹਿ ਗਈ ਵੀ ਪਤਾ ਨਹੀਂ ਕਿਤੇ ਇਸ ਤਰ੍ਹਾਂ ਨਾ ਤੇ ਇਸ ਤਰ੍ਹਾਂ ਹੋ ਜਾਵੇ। ਹਰ ਤਰ੍ਹਾਂ ਜਿਹੜਾ ਸੇਵਾ ਸਿਮਰਨ, ਮਹਾਰਾਜ ਜੀ ਸਰਵ ਕਲਾ ਸਮਰੱਥ ਨੇ, ਉਹਦੇ ਵਿੱਚ ਬੜੇ ਨਿਪੁੰਨ ਨੇ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਭੱਟ ਸਾਹਿਬਾਨ ਨੇ ਕਿਰਪਾ ਕਰਦੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਇਹ ਜਿਹੜਾ ਰਾਜ ਸੀ, ਇਹ ਜਿਹੜਾ ਤਖਤ ਸੀ, ਇਹ ਦਿੱਤਾ। ਜਿਨ੍ਹਾਂ ਨੂੰ ਸੰਸਾਰ ਕਹਿੰਦਾ ਸੀ ਕਿ ਕਿੱਥੋਂ ਖਾਣਗੇ, ਕੀ ਕਰਨਗੇ, ਅੱਜ ਉਹਨਾਂ ਦੇ ਦਰ ਤੋਂ ਸੰਸਾਰ ਲੰਗਰ ਛਕਦਾ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੇ ਸਾਰੀਆਂ ਰਹਿਮਤਾਂ ਨੇ, ਬਖਸ਼ਿਸ਼ਾਂ ਨੇ। ਵੇਖੋ,
ਕੋਈ ਘਰ ਕਿਸੇ ਦਰਿਆ ਦੇ ਕੰਢੇ ਤੇ ਹੋਏ ਜਾਂ ਨਾ ਵੀ, ਤੇ ਆਪਣੇ ਘਰਾਂ ਵਿੱਚ ਕੀ ਹੁੰਦਾ ਹੈ, ਕੰਧਾਂ ਦੇ ਨਾਲ ਨਾਲ ਨਾ ਕਈ ਵਾਰ ਸਲਾਬ ਆ ਜਾਂਦੀ ਹੈ ਤੇ ਕਹਿ ਦਿੱਤਾ ਜਾਂਦਾ ਵੀ ਸਲਾਬਾ ਹੋ ਗਿਆ ਹੈ। ਸ਼ਰਧਾ ਭਾਵਨਾ ਬੜੀ ਜ਼ਰੂਰੀ ਹੈ। ਗਿਆਨ ਹੋਣਾ ਚੰਗੀ ਗੱਲ ਹੈ, ਪਰ ਜਿਹੜੀ ਸ਼ਰਧਾ ਭਾਵਨਾ ਹੈ ਇਹ ਬੜੀ ਜ਼ਰੂਰੀ ਹੈ। ਸ਼ਰਧਾ ਤੋਂ ਬਿਨਾਂ ਤੇ ਕੁਝ ਵੀ ਨਹੀਂ। ਸਾਧ ਸੰਗਤ ਜੋ ਸਾਡੇ ਘਰ ਦਰਿਆਵਾਂ ਵਿੱਚ ਨਹੀਂ, ਬਾਹਰ ਨੇ ਤੇ ਤਾਂ ਵੀ ਸਲਾਬ ਆ ਜਾਂਦੀ ਹੈ। ਤੇ ਹਰਮੰਦਰ ਸਾਹਿਬ ਜਿੱਦਣ ਦਾ ਬਣਿਆ ਬਖਸ਼ਿਸ਼ ਹੋਈ ਹੈ, ਉਦਣ ਦਾ ਜਲ ਦੇ ਵਿੱਚ ਹੈ, ਸਰੋਵਰ ਵਿੱਚ ਹੈ। ਕਦੇ ਕਿਸੇ ਸੁਣਿਆ ਵੀ ਉੱਥੇ ਸਲਾਬ ਆ ਗਈ ਹੋਏ? ਇਸ ਲਈ ਉੱਥੇ ਸਾਰੀਆਂ ਰਹਿਮਤਾਂ ਨੇ, ਸਾਰੀਆਂ ਬਖਸ਼ਿਸ਼ਾਂ ਨੇ। ਗੱਲ ਸਾਡੇ ਆਪਣੇ ਤੇ ਹੈ ਵੀ ਅਸੀਂ ਕੀ ਸਮਝਦੇ ਹਾਂ, ਸਾਡਾ ਨਜ਼ਰੀਆ ਕੀ ਹੈ, ਅਸੀਂ ਕਿਵੇਂ ਸੋਚਦੇ ਹਾਂ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਿਰਪਾ ਕਰਨ, ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ। ਕੋਟਾਨ ਕੋਟ ਧੰਨਵਾਦ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਗੁਰੂ ਘਰ ਦੇ ਸਮੁੱਚੇ ਸਟਾਫ ਦਾ ਤੇ ਗੁਰਮੁਖ ਪਿਆਰੇ ਪ੍ਰਬੰਧਕ ਕਮੇਟੀ ਉਹਨਾਂ ਸੱਜਣਾਂ ਦਾ, ਜਿਨ੍ਹਾਂ ਸਦਕਾ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਮਹਾਰਾਜ ਜੀ ਸਭਨਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ। ਇੱਕ ਅਰਦਾਸ ਕਰਿਆ ਕਰੀਏ, ਮਹਾਰਾਜ ਜੀ ਜਿਹੜਾ ਸੁਖ ਨਾਮ ਜਪ ਕੇ ਭਗਤ ਕਬੀਰ ਜੀ, ਰਵਿਦਾਸ ਜੀ ਉਹਨਾਂ ਨੂੰ ਮਿਲਿਆ, ਜਪਦੇ ਹਾਂ ਅਸੀਂ ਵੀ, ਸਾਨੂੰ ਵੀ ਜਿਹੜਾ ਉਹ ਸੁੱਖ ਹੈ ਨਾ ਉਹਦੀ ਦਾਤ ਬਖਸ਼ ਦਿਓ। ਇਸ ਜਪਜੀ ਸਾਹਿਬ ਦਾ ਪਾਠ ਵੱਡੇ ਵੱਡੇ ਗੁਰਮੁਖ ਪਿਆਰਿਆਂ ਨੇ ਕੀਤਾ। ਜਪਜੀ ਸਾਹਿਬ ਉਹੀ ਹੈ, ਅਸੀਂ ਵੀ ਕਰਨੇ ਆ। ਕਿਰਪਾ ਕਰੋ ਜਿਹੜੇ ਸੁੱਖ ਦੀ ਪ੍ਰਾਪਤੀ ਉਹਨਾਂ ਨੂੰ ਹੋਏ, ਸਾਨੂੰ ਵੀ ਜਿਹੜਾ ਉਹ ਸੁੱਖ ਹੈ ਨਾ ਉਹ ਪ੍ਰਾਪਤ ਹੋ ਜਾਏ। ਸਭਨਾਂ ਦਾ ਧੰਨਵਾਦ। ਝੁਕਾਓ ਸਾਹਿਬਾਂ ਨੂੰ ਸੀਸ ਪਾਓ, ਫਤਿਹ ਨਾਲ ਸਾਂਝਾ ਖੋਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।